ਸਾਹਿਬ ਜੀਓ। ਪ੍ਰਭਾਤੇ ਪ੍ਰਭ ਨਾਮ ਜਪ, ਗੁਰ ਕੇ ਚਰਨ ਤੇ ਆਏ। ਜਨਮ ਮਰਨ ਮਲ ਉਤਰੈ, ਸਾਚੇ ਕੇ ਗੁਣ ਗਾਏ। ਜਾ ਲਾਗੇ ਉਠ ਨਾਮ ਜਪ, ਨਿਸਬਾ ਸੁਰਿਆਰਾਤ। ਕਾਰਾ ਤੁਝੇ ਨ ਵਿਆਪਈ, ਨਾਨਕ ਮਿਟੈ ਉਪਾਤ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰਦੇਵ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਨਵਾਜ਼ਿਸ਼ ਹੈ। ਸਵੇਰ ਸਮੇਂ ਅਸੀਂ ਗੁਰੂ ਦਰਬਾਰ ਦੀ ਸੁਧ ਪ੍ਰਾਪਤ ਕੀਤੀ ਹੈ। ਗੁਰੂ ਹਜ਼ੂਰ ਬਾਣੀ ਨਾਲ, ਬਾਣੀ ਸੰਦੇਸ਼ ਨਾਲ ਸਾਂਝ ਪਾਉਣ ਗੋਚਰੇ ਹਾਜ਼ਰ ਹੋ ਪਾਏ ਹਾਂ। ਅਜੇ ਹੁਣੇ ਅਰਦਾਸ ਦੀ ਸ਼ਮੂਲੀਅਤ ਦੇ ਨਾਲ ਜੋ ਅੱਜ ਦਾ ਗੁਰਬਚਨ ਹੈ, ਗੁਰਵਾਕ ਹੈ, ਇਸ ਪਾਵਨ ਹੁਕਮਨਾਮੇ ਦੇ ਵਾਕ ਨੂੰ ਗਿਆਨੀ ਜੀ ਨੇ ਸਾਨੂੰ ਪਾਠ ਰੂਪ ਵਿੱਚ ਸਰਵਨ ਕਰਵਾਇਆ ਹੈ। ਮਰਿਆਦਿਤ ਢੰਗ ਦੇ ਨਾਲ ਅਗਲੇ ਕੁਝ ਸਮੇਂ ਦੇ ਵਿੱਚ ਇਸੇ ਗੁਰਬਚਨ ਦੀ ਵਿਵੇਚਨਾ, ਵਿਆਖਿਆਨ ਅਸੀਂ ਕਰਾਂਗੇ। ਸੋ ਆਓ ਰਸਮੀ ਤੌਰ 'ਤੇ ਮੈਨੂੰ ਕੁਝ ਕਹਿਣ ਦੀ ਇਜਾਜ਼ਤ ਦੇਣੀ। ਇੱਕ ਵਾਰ ਸਭ ਪ੍ਰੇਮ ਫਤਿਹ ਬੁਲਾਉਣੀ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਬਚਨ ਰਾਗ ਟੋਡੀ ਦਾ ਹਿੱਸਾ ਹੈ, ਜੋ ਸਮੁੱਚਾ ਸਿਰਨਾਮਾ ਸ਼ਬਦ ਦਾ। ਟੋਡੀ ਮਹਲਾ ਪੰਜਵਾਂ, ਘਰ ਪੰਜਵਾਂ, ਦੂਪਦੇ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਇਹ ਬਣਦਾ ਹੈ। ਟੋਡੀ ਰਾਗ ਵਿੱਚ ਗੁਰੂ ਅਰਜਨ ਸਾਹਿਬ ਪੰਚਮ ਨਾਨਕ ਜੀ ਇਸ ਬਚਨ ਨੂੰ ਉਚਰਿਤ ਕਰਦੇ ਨੇ। ਘਰ ਪੰਜਵਾਂ, ਕਿਉਂਕਿ ਅਸੀਂ ਵਾਕਫੀਅਤ ਰੱਖਦੇ ਹਾਂ, ਗੁਰਬਾਣੀ ਦਾ ਮੋਸਟਲੀ ਹਿੱਸਾ ਜਿਹੜਾ ਹੈ ਉਹ ਸੰਗੀਤਬੱਧ ਹੈ। ਮਿਊਜ਼ੀਕਲ ਰੂਪ ਵਿੱਚ ਗੁਰੂ ਬਾਬਾ ਜੀ ਨੇ ਸਾਰੀ ਪੋਇਟਿਕ ਰਚਨਾ ਇਲਾਹੀ ਗਿਆਨ ਦੇ ਰੂਪ ਵਿੱਚ ਸਾਨੂੰ ਪ੍ਰੋਵਾਈਡ ਕਰਾਈ ਹੈ। ਇਹਦੇ ਵਿੱਚ ਸੰਗੀਤ ਦੀ ਜਿਹੜੀਆਂ ਕੰਡੀਸ਼ਨਸ ਹੁੰਦੀਆਂ ਨੇ ਉਹਨਾਂ ਨੂੰ ਫੁੱਲਫਿਲ ਕਰਦਿਆਂ ਦੋ ਚੀਜ਼ਾਂ ਦਾ ਹੋਣਾ ਬੜਾ ਜ਼ਰੂਰੀ ਹੈ। ਇੱਕ ਸੁਰ ਅਤੇ ਦੂਸਰੀ ਥਾਪ, ਰਿਦਮ ਕਹਿੰਦੇ ਜਿਹਨੂੰ ਅਸੀਂ। ਮੈਲੋਡੀਅਸ ਨੋਟ ਜਿੱਥੇ ਸੁਰ ਵਿੱਚ ਗਾਇਆ ਜਾਣਾ, ਅਤੇ ਨਾਲ ਦੇ ਨਾਲ ਰਿਦਮ, ਥਾਪ। ਜਿੱਥੇ ਸੁਰ ਮੁਜਬ ਟੋਡੀ ਨੂੰ ਪ੍ਰਯੋਗ ਵਿੱਚ ਰੱਖਣਾ ਹੈ ਸ਼ਬਦ ਲਈ, ਤਾਲ ਮੁਜਬ ਪੰਜਵੇਂ ਘਰ ਨੂੰ ਪ੍ਰਯੋਗ ਵਿੱਚ ਲਿਆਉਣਾ ਹੈਗਾ। ਦੂਪਦੇ ਪੋਇਟਿਕ ਸਿਸਟਮ ਹੈ, ਜਿਵੇਂ ਪਹਿਲਾਂ ਬਾਤ ਕੀਤੀ ਮੈਂ। ਇਹ ਖਾਸ ਮਰਿਆਦਿਤ ਢੰਗ ਨਾਲ ਹਰ ਇੱਕ ਸ਼ਬਦ ਉਚਰਿਤ ਕੀਤਾ ਗਿਆ, ਰਚਿਆ ਗਿਆ ਹੈ। ਪਦੇ ਦਾ ਮਤਲਬ ਹੁੰਦਾ ਹੈ ਭਾਗ, ਜਿਹਨੂੰ ਅਸੀਂ ਅੰਗਰੇਜ਼ੀ ਜ਼ਬਾਨ ਸਟੈਂਜਾਸ ਕਹਿ ਦਿੰਦੇ ਹਾਂ। ਜੋ ਇਹ ਸ਼ਬਦ ਹੈ ਅਗਲੇ ਇੱਥੋਂ ਬਾਅਦ ਸਾਰੇ ਪ੍ਰਾਰੰਭ ਹੋਣੇ ਨੇ, ਉਹਨਾਂ ਸਾਰਿਆਂ ਦੇ ਵਿੱਚ ਜਿਹਨੂੰ ਕਿਹਾ ਜਾਏ ਕਿ ਦੋ ਦੋ ਪਦੇ ਨੇ। ਸੋ ਦੂਪਦੇ ਇਸ ਰੂਪ ਦੇ 'ਚ ਇਹ ਆ ਰਹੇ ਨੇ। ਬਹੁਤ ਲੰਮੇਰੇ ਸ਼ਬਦ ਨਹੀਂ, ਜਸਟ ਓਨਲੀ ਦੇ ਆਰ ਕੈਰਿੰਗ ਔਨ 2 ਸਟੈਂਜਾਸ ਈਚ ਸ਼ਬਦ। ਅਸੀਂ ਬਚਨ ਵਿਆਖਿਆਨ ਤੋਂ ਪਹਿਲਾਂ ਮੂਲ ਮੰਤਰ ਦੇ ਉੱਤੇ ਜੋ ਇਸ਼ਟ ਦਾ ਮੰਗਲ ਹੈ, ਇੱਕ ਓਂਕਾਰ, ਅਕਾਲ ਪੁਰਖ ਵਾਹਿਗੁਰੂ ਇੱਕ ਹੈ। ਓ ਓਂਕਾਰ, 3 ਹਿੱਸੇ ਦੇ ਉਚਰਿਤ ਹੁੰਦੇ ਨੇ। ਓ ਦਾ ਮਤਲਬ ਅਵਿਥ, ਜਿਹਨੂੰ ਅਸੀਂ ਕਹਿੰਦੇ ਹਾਂ ਵਿਦਾਊਟ ਐਨੀ ਗੈਪ। ਅੰਗ ਦਾ ਮਤਲਬ ਇੱਕ ਰਸ, ਐਕੂਰੇਟਲੀ, ਇੱਕੋ ਜਿਹਾ। ਕਾਰ ਦਾ ਮਤਲਬ ਕੰਟੀਨਿਊਸਲੀ, ਲਗਾਤਾਰ। ਉਹ ਹਸਤੀ ਜਿਹੜੀ ਬਿਨਾਂ ਕਿਸੇ ਵਿਥ ਵਿਤਕਰੇ ਤੋਂ ਇੱਕ ਰੂਪਤਾ ਦੇ ਨਾਲ ਹਰ ਸਮੇਂ ਹਰ ਵਕਤ ਮੌਜੂਦ ਅਤੇ ਮੁਯੱਸਰ ਹੈ, ਉਹ ਓਂਕਾਰ ਹੈ। ਉਸ ਓਂਕਾਰ ਜੀ ਦੀ ਜਿਸ ਸਿੰਪਲ ਟਰਾਂਸਲੇਸ਼ਨ ਵਿੱਚ ਬਾਤ ਕਰਨੀ ਹੋਏ ਤਾਂ ਇਹ ਹੈ ਆਬ, ਖਾਕ, ਧਰਤੀ, ਪੁਲਾੜ, ਜੀਆ, ਜੰਤ, ਪਸ਼ੂ, ਪੰਛੀ, ਮਾਨੁਖ। ਜੋ ਕੁਝ ਵੀ ਦਿਸਦਾ ਹੈ, ਜੋ ਕੁਝ ਵੀ ਨਜ਼ਰਿਆਬ ਹੈ, ਸਭ ਵਿੱਚ ਉਹਦੀ ਜੋਤ ਹੈ। ਉਹ ਓਂਕਾਰ ਹੈ। ਉਹਦੇ ਵਿੱਚੋਂ ਹੀ ਆਏ ਹਾਂ, ਉਹਦੇ 'ਚ ਹੀ ਅਮਾ ਜਾਣਾ ਹੈ। ਇਹ ਓਂਕਾਰ ਹੈ। ਸੋ ਇਸ ਓਂਕਾਰ
ਜਿਹਦਾ ਅਸੀਂ ਰੂਪ ਹਾਂ, ਜਿਹਦੇ ਅਸੀਂ ਹਿੱਸਾ ਹਾਂ, ਜਿਹਦੇ ਸਭ ਕੁਝ ਵਿੱਚ ਹੀ ਸਮਾਇਆ ਹੋਇਆ ਹੈ, ਉਹਦੇ ਨਾਲ ਸਾਡੀ ਸੁਰਤ ਕਰਕੇ ਸਾਂਝ ਕਿਵੇਂ ਬਣੇ? ਬਿਕੋਜ਼ ਵੀ ਆਰ living in Onkar, we are part of the Onkar, and we have actually oneness with the Onkar, but at the same time we don't feel it, we don't have it inside our mind. So how can we make that connectivity? For that Maharaj is saying Satyagur Prasad. ਉਹਦੇ ਲਈ ਸੱਚੇ ਗੁਰੂ ਦੀ ਬਖਸ਼ਿਸ਼, ਜੋ ਜੋਤ ਰੂਪ ਗੁਰੂ ਹੈ, ਉਹਦੀ ਜਿਹੜੀ ਨਵਾਜ਼ਿਸ਼ ਆ, ਜਿਹੜੀ ਉਹਦੀ ਗ੍ਰੇਸ ਆ, ਉਹਦੇ ਨਾਲ ਇਹ ਚੀਜ਼ ਹੋ ਸਕਦੀ ਹੈ। ਅੱਗੇ ਵਾਕ ਪ੍ਰਾਰੰਭ ਹੋ ਰਿਹਾ ਹੈ। ਮੁੱਖ ਸੁਨੇਹੇ ਦਾ ਪਦਾ ਪਹਿਲਾਂ ਹੀ ਪਦਾ ਹੈ, ਰਹਾਉ ਦਾ ਪਦਾ। ਗੁਰੂ ਅਰਜਨ ਸਾਹਿਬ ਜ਼ਿਕਰ ਕਰਦੇ ਨੇ, ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਚ ਦੋਖ ਅਰ ਅਹੰਗ ਰੋਗ, ਇਹ ਤਨ ਤੇ ਸਗਲ ਦੂਰ ਕੀਨ ਰਹਾਉ। ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਹੈ, ਅਤੇ ਸ਼ਬਦ ਦਾ ਮਤਲਬ ਇਹ ਹੈ ਕਿ ਜਿਹੜੇ ਲਫ਼ਜ਼, ਅਲਫਾਜ਼, ਹਰਫ, ਅੱਖਰ ਨੇ, ਤੁਸੀਂ ਉਹਨਾਂ ਨੂੰ ਪਕੜਨਾ ਆ, ਉਹਨਾਂ ਨੂੰ ਸਮਝਣਾ ਆ, ਉਹਨਾਂ ਦੇ ਵਿੱਚ ਆਪਣੇ ਆਪ ਨੂੰ ਲਗਾਉਣਾ ਆ, ਆਪਣੀ ਸੁਰਤ ਨੂੰ ਲਗਾਉਣਾ ਆ, ਤਾਂ ਜਾ ਕੇ ਉਹ ਸ਼ਬਦ ਪ੍ਰਜਵਲਿਤ ਹੋਏਗਾ। ਇਸ ਫਿਰ ਜਦੋਂ ਅਸੀਂ ਇਸ ਲੈਵਲ 'ਤੇ ਦੇਖਦੇ ਹਾਂ, ਅਤੇ ਜਿਹੜੇ ਸ਼ਬਦ ਹੀ ਨੇ ਆਪਣੇ ਆਪ ਦੇ ਵਿੱਚ, ਮੀਨ ਜਿਹੜੇ ਹਰਫਾਂ ਦੇ ਸੁਮੇਲ ਨਾਲ ਬਣਦੇ ਨੇ, ਅੱਖਰਾਂ ਦੇ ਜੋੜ, ਉਹ ਸਾਊਂਡ ਕਈ ਵਾਰੀ ਇੱਕੋ ਜਿਹੇ ਕਰਦੇ ਨੇ, ਪਰ ਪ੍ਰਸੰਗ ਦੇ ਮੁਤਾਬਕ, ਕੌਨਟੈਕਸਟ ਦੇ ਅਕੋਰਡਿੰਗਲੀ ਉਹਨਾਂ ਦੇ ਮੀਨਿੰਗ ਚੇਂਜ ਹੁੰਦੇ ਨੇ। ਜਿਵੇਂ ਗੁਣ ਲਫ਼ਜ਼ ਹੈ, ਐਸੋ ਗੁਣ, ਬਹੁਅਰਥੀ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਤੁਸੀਂ ਅਨੇਕਾਂ ਪ੍ਰਮਾਣ ਪੜ੍ਹ ਸਕਦੇ ਹੋ। ਮੈਂ 2-4 ਬੜੇ ਸਰਲ ਰੂਪ ਵਿੱਚ ਬਿਆਨ ਕਰਾਂ ਪ੍ਰਮਾਣ। ਅਸੀਂ ਸ਼ਬਦ ਪੜ੍ਹਦੇ ਹਾਂ ਮਹਾਰਾਜ ਦੀ ਬਾਣੀ ਦੇ ਅੰਦਰ, ਸਭ ਜ਼ਿਕਰ ਕਰਦੇ ਨੇ ਕਿ ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਵਾ ਨਾ ਕੋ ਹੋਏ। ਉਸ ਕਰਤਾਰ ਦੀ ਬਾਤ ਕੀਤੀ ਜਾ ਰਹੀ ਹੈ। ਉਹਦੇ ਬਾਰੇ ਗੁਰੂ ਸਾਹਿਬ ਐਕਸਪਲੇਨ ਕਰਦਿਆਂ ਕਹਿੰਦੇ ਕਿ ਜੇ ਤੁਸੀਂ ਮੇਰੇ ਤੋਂ ਪੁੱਛਦੇ ਹੋ ਕਿ ਉਹਦਾ ਕੋਈ ਲਕਸ਼ਣ, ਕੋਈ ਖਾਸ ਉਹਦੀ ਨਿਸ਼ਾਨੀ, then I can give only one specific, actually you can say, sign of Almighty. ਵਾਹਿਗੁਰੂ ਕੌਣ ਆ? ਜੋ ਕੋਈ ਪੁੱਛੇ ਵਾਹਿਗੁਰੂ ਕੌਣ ਹੈ ਜੀ, ਵਾਹਿਗੁਰੂ ਹੈ, ਜਿਹਨੂੰ ਤੁਸੀਂ ਵਾਹਿਗੁਰੂ ਕਹਿੰਦੇ ਹੋ, ਹੈ ਕੌਣ ਆ? ਗੁਰੂ ਬਾਬਾ ਜੀ ਕਹਿੰਦੇ ਮੇਰੇ ਤੋਂ ਪੁੱਛਦੇ ਹੋ ਤਾਂ ਮੈਂ ਤੁਹਾਨੂੰ ਦੱਸਦਾ ਵੀ ਗੁਣ ਇਹੋ ਹੋਰ ਨਾ ਹੀ ਕੋਏ। ਉਹਦੀ ਨਿਸ਼ਾਨੀ ਹੀ ਇਹ ਹੈ ਕਿ ਉਹ ਆਪਣੇ ਆਪ ਵਿੱਚ ਬਿਲਕੁਲ ਇਲਾਹੀ ਹੈ, ਬਿਲਕੁਲ ਵੱਖਰਾ ਆ, ਬਿਲਕੁਲ ਜਿਹਨੂੰ ਕਿਹਾ ਜਾਏ ਕਿ ਯੂਨੀਕ ਆ, ਉਹਦੇ ਵਰਗਾ ਕੋਈ ਹੋਰ ਹੈ ਨਹੀਂ। ਉਹ ਆਪਣਾ ਰੂਪ ਆਪ ਹੀ ਰੱਖਦਾ ਆ। ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਵਾ ਨਾ ਕੋ ਹੋਏ। ਨਾ ਕੋਈ ਕਦੀ ਹੋਇਆ ਤੇ ਨਾ ਕਦੀ ਹੋਏਗਾ। ਸੋ ਇੱਥੇ ਗੁਣ ਨੂੰ ਇੱਕ ਨਿਸ਼ਾਨੀ ਦੇ ਤੌਰ 'ਤੇ ਲਿਆਂਦਾ ਗਿਆ ਹੈ। ਅਸੀਂ ਹੋਰ ਪੜ੍ਹ ਲਈਏ, ਅਸੀਂ ਸ਼ਬਦ ਪੜ੍ਹਦੇ ਹਾਂ, ਸਭ ਗੁਣ ਤੇਰੇ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਹੇ ਦਾਤਾ, ਸਾਰੀਆਂ ਕੁਆਲਿਟੀਜ਼, ਖੂਬੀਆਂ ਤੇਰੇ ਵਿੱਚੋਂ ਹੀ ਆਉਂਦੀਆਂ ਨੇ, ਤੇ ਤੇਰੇ ਕਰਕੇ ਹੀ ਸਭ ਗੁਣ ਜਿਹੜੇ ਧਰਤੀ ਦੇ ਉੱਤੇ ਪਸਰਦੇ ਨੇ। ਜਿਵੇਂ ਅੱਜ ਦੀ ਜੇ ਐਗਜ਼ਾਮਪਲ ਕਰਨੀ ਹੋਏ, ਜਿਤਨੀ ਧਰਤੀ 'ਤੇ ਰੌਸ਼ਨੀ ਹੈ, ਐਨਰਜੀ ਹੈ, ਲਾਈਫ ਹੈ, ਸਾਰੀ ਸੂਰਜ ਵਿੱਚੋਂ ਆ ਰਹੀ। ਸਾਇੰਟੀਫਿਕ ਸਾਈਡ ਤੋਂ ਜਿਵੇਂ ਦਿਖਾਇਆ ਜਾਂਦਾ ਹੈ, ਜੇ ਕਹਿੰਦੇ ਨੇ ਸੂਰਜ ਅੱਜ ਠੰਡਾ ਹੋ ਜਾਏ, ਸਾਡੀਆਂ ਬਲਦੀਆਂ ਹੋਈਆਂ ਰੌਸ਼ਨੀਆਂ ਆਪਣੇ ਆਪ ਠੰਡੀਆਂ ਹੋ ਜਾਣਗੀਆਂ। ਗੁਣ ਇਹੋ ਜਿਹੜਾ ਉਹਦਾ ਉਸ ਰੂਪ ਵਿੱਚ ਬਾਤ ਕੀਤੀ ਵੀ ਉਹਦੇ 'ਚ ਇਹ ਵਡਿਆਈ ਹੈ। ਇੱਥੇ ਸਾਹਿਬ ਨੇ ਜ਼ਿਕਰ ਕੀਤਾ ਕਿ ਹੇ ਕਰਤਾਰ ਕਾਲ ਪੁਰਖ ਵਾਹਿਗੁਰੂ ਜੀ, ਸਭ ਗੁਣ ਤੇਰੇ ਨੇ, ਤੇਰੇ ਗੁਣਾਂ ਤੋਂ ਹੀ ਸਾਨੂੰ ਸਾਰਿਆਂ ਨੂੰ ਮੁਯੱਸਰਤਾ ਮਿਲਦੀ ਹੈ, ਸਾਨੂੰ ਸਾਰਿਆਂ ਨੂੰ ਗੁਣ ਗ੍ਰਹਿਣ ਕਰਨ ਦੀ ਜਾਚ ਆਉਂਦੀ ਹੈ। ਸੋ ਗੁਣ ਲਫ਼ਜ਼ ਕੁਆਲਿਟੀਜ਼ ਦੇ ਰੂਪ ਵਿੱਚ ਆ ਗਿਆ, ਹਿਊਮਨ ਜਿਹੜੇ ਸਿਵਿਕ ਵਰਚੂਜ਼ ਨੇ ਉਹਨਾਂ ਦੇ ਰੂਪ ਵਿੱਚ ਆ ਗਿਆ। ਪਰ ਜਿਹੜਾ ਆਹ ਬਚਨ ਹੈ, ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਇਹ ਤੁਸੀਂ ਸ਼ਬਦ ਪੜ੍ਹਦੇ ਹੋ ਕਈ ਵਾਰੀ, ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਰਮੇ ਹੋਏ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਨੂੰ ਯਾਦ ਕਰ। ਇੱਥੇ ਗੁਣ ਦਾ ਮਤਲਬ ਹੈ ਫੇਵਰ। ਅਸੀਂ ਪੰਜਾਬੀ ਜ਼ਬਾਨ 'ਚ ਕਈ ਵਾਰੀ ਕਹਿ ਦਿੰਦੇ ਹਾਂ, ਕਿਸੇ ਵਾਸਤੇ ਤੁਸੀਂ ਕੋਈ ਬਹੁਤ ਵੱਡਾ ਕੰਮ ਕੀਤਾ ਹੋਏ ਜਾਂ ਕਿਸੇ ਦੀ ਬੜੀ ਹੈਲਪ ਕੀਤੀ ਹੋਏ, ਅਤੇ ਅਗਲਾ ਬੰਦਾ ਕਈ ਵਾਰੀ ਕਹਿ ਦਿੰਦਾ ਹੈਗਾ, ਭਾਈ ਤੂੰ ਮੇਰਾ ਕੀ ਗੁਣ ਜਾਣਿਆ, ਭਾਵ ਮੇਰੀ ਕੀ ਕਦਰ ਕੀਤੀ ਪਏ, ਭਾਵ ਮੇਰੇ ਕੀਤੇ ਹੋਏ ਅਹਿਸਾਨ ਨੂੰ, ਮੇਰੀ ਕੀਤੀ ਹੋਈ ਫੇਵਰ ਨੂੰ ਤੂੰ ਵੈਲਿਊ ਹੀ ਨਹੀਂ ਕੀਤਾ। ਸਭ ਕਹਿੰਦੇ ਜਦੋਂ ਮੈਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਫੇਵਰ ਨੂੰ ਦੇਖਦਾ, ਉਹਦੇ ਅਹਿਸਾਨ ਨੂੰ ਦੇਖਦਾ ਆ, ਉਹਦੀ ਜੋ ਮੇਰੇ ਉੱਤੇ ਨਵਾਜ਼ਿਸ਼ ਉਹਨੂੰ ਦੇਖਦਾ ਆ, ਐਸੋ ਗੁਣ ਮੇਰੋ ਪ੍ਰਭ ਜੀ ਕੀਨ,
मेरे प्रभु ने इहो जिहा एहसान किया मेरे उत्ते, एडा वड्डा गुण किया है। की गुण किया है जी? पंच दोख अर आहंग रोग। पंच दोख असी पंज वकार भी पढ़ते हाँ, पंज चोर भी पढ़ते हाँ, असी जिन्होंने 5 बैड डीड्स कहा जाता है, 5 फोर्सेस कहा जाता है। देयर सो मैनी डिफरेंट वर्ड्स वी यूज़ when we try to explain our especially ਜਿਹੜੀਆਂ ह्यूमन वीकनेसिस की गल होंदी ਉਹਦੇ ਵਿੱਚ। पर क्योंकि ये लफ्ज़ां की बात हो रही है, पंच दोख, दोख बंदा 5 एलीमेंट्स तो बनया हैगा। ਇਹਦੇ ਜਿਹੜਾ ਬਣਨ ਦੇ ਵਿੱਚ पानी है, मिट्टी है, ਇਹਦੇ अंदर हवा है, अग्नि है ते आकाश है। ये तत्त कंट्रीब्यूट करते हैं। इन्हां तत्तां दे जरिए ही ये जीवन बनया आ। पर इन्हां तत्तां दे विच ही कुछ दोख पे ने। बंदे ने इन्हां तत्तां विच विचरदियां होयां इन्हां दोख जिहड़े ने, दोख बिरतियां, इन्हां तो बाहर निकलना है। हुण जे देखोगे तुसीं ध्यान दे नाल ते साडा जिहड़ा पूरा शरीर है, इहदा वड्डा हिस्सा की है? मोर दैन 70% पानी। ये पानी नाल भरिया होया है। गुरु ग्रंथ साहब दे बचन असीं पढ़दे हां, जल की भेंत पवन का थंबा रक्त बूंद का गारा। जल की दीवार है, पानी की कंध है पूरी की पूरी खड़ी। 40-70% उत्ते पानी है इस रूप दे विच। हुण ये पानी जिहड़ा आ, पानी का दोख, पानी का दोख है मोह। साडा जन्म मोह करके होया। किते दो जो ओपोजिट जेंडर सीगे, उन्हां दा आपस विच स्नेह सी, मोह सी। उस मोह दे बजिया होया ने वो बायोलॉजिकल एक्ट किया सी, जीवन धरती ते लै लिया। मोह असल च जन्मदाता आ। मोह ही असल च सानू जिहड़ा आ वो जीवन विच लियाउण वाला आ। फिर कल्ला ये तो नहीं कि जन्म हो गया तो काम निबड़ गया। फिर प्रतिपालना होंदी है। तुसीं छोटे जे बच्चे नूं देखो, वो 6-7 पाउंड का बच्चा हुंदा, बहुत मुश्किल दे नाल, ते उहनूं फिर एक दिन करके, एक पल करके, एक घड़ी करके पालिया जाता है। रातां ਦੀਆਂ नींदां गवाईਆਂ ਜਾਂਦੀਆਂ ने, दिनां ਦਾ चैन गवाया जाता है। इतना ज़्यादा ये सब की है? मोह है। ये मोह ही है जिहड़ा सब सिरजदा है, सब पालदा है, सब उस रूप दे विच। फिर ये भी है, तुसीं कोई चीज़, कोई बिजनेस, कोई कारोबार, कोई किसी किस्म की चीज़ किसी खास अटेंशन दे नाल शुरू करदे हो तो तुहानूं उहो जिहा रिजल्ट आउणा वापस नहीं मिलता। उहो जी एक्सपैक्टेशनस फुलफिल नहीं होंदियां। तुसीं राइट पे बंद कर दिंदे हो। आप shut my shop, I don't want to run this business, I don't want to associate myself anymore with this kind of activity. But at the same time ਜਿਹੜਾ ਅਸੀਂ ਇੱਥੇ ਰੰਗ ਦੇਖਦੇ ਹੈਗੇ ਆ, ਇੱਥੇ ਇਹ ਲੋਕੀ ਔਲਾਦਾਂ, ਭੈਣ ਭਰਾ ਉਹਨਾਂ ਦੇ ਨਾਲ ਰਹਿੰਦੇ ਨੇ, ਪਾਲਦੇ ਨੇ, ਉਹਨਾਂ ਨੂੰ ਸੰਭਾਲਦੇ ਨੇ। ਉਹ ਕਈ ਵਾਰੀ ਐਕਸਪੈਕਟੇਸ਼ਨ ਦੇ ਨੇੜੇ ਵੀ ਨਹੀਂ ਜਾਂਦੇ, ਫਿਰ ਪਾਲੀ ਜਾਂਦੇ ਨੇ। ਇਹ ਕੀ ਚਲਾ ਰਿਹਾ ਹੈ? ਉਹ रोज़ एक नवी होप रहिंदा भी कोई ना, अज नालों कल बैटर होएगा, अज नालों कल बैटर। होप, मोह 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 मोह, ये मोह है। मोह का दोख ये है कि मोह कई बारी असलीयत नूं देखण ही नहीं देता। वो इस तरीके नाल जिहड़ा बंदे नूं उस हालत च लगा जाता है। इहदे जिहड़े लक्षण ने कुछ इस दोख दे, वो इस तरह जानो कि जिवें मैं विनती की कि पानी साडे शरीर दे च भरिया है मोर दैन 70%। तो हुण इस पानी की पाया की है? आम हालतां दे विच अख तो नक तो पानी नहीं आउंदा, गले च ग्रास जरूर हुंदा पर इस रूप विच नहीं। हाँ, पसीना वगैरह शरीर तो आ सकता, वो भी जो तुसीं बड़ा हार्ड वर्क करते हो तो बड़ी गर्मी वगैरह होंदी उस तरीके नाल, लेबर करन दे नाल या कुछ मुशक्कत करन दे नाल, अदरवाइज नहीं। पर आप देखो जिहदे नाल मोह होए, स्नेह होए, जिहदे नाल बहुत ज़्यादा लगाव होए, उसनूं किते कंडा भी चुभ जाए तो हुंदा यह है अंदर का पानी उछाल मारदा, अखां चों पानी आउणा शुरू हो जाता, नक चों पानी आउणा शुरू हो जाता, बंदे नूं होर ते होर पसीने त्रेलियां आउणियां शुरू हो जांदियां ने। इस तरीके दे नाल ये की है? ये मोह है। इस मोह दी उस फाही दे विच फसिया होया बंदा, ऐसी हालत आ कि बंदा वो काम कर जांदा है जिहड़े उहनूं नहीं करने चाहिए। जिन्हों गुरु अमरदास साहब ने कहा सी ना, ऐसा कम मूले न कीचै चित अंत पछोताई है। मोह की दुनिया च बझा होया बंदा सही गलती परिभाषा भुल जाता। बच्चों के मोह विच जिन्हों साहब ने कहा, बहु परपंच कर परधन लियावै, सुत दारा पयान लुटावै, मन मेरे भूले कपट न कीजै, वो कपटी ना बन मेरे मना। पर मोह कहिंदा कर,
ਤੂੰ ਝੂਠ ਬੋਲ, ਤੂੰ ਠੱਗ ਲੁੱਟ ਕੇ ਲਿਆ ਕੇ ਇਹਨਾਂ ਔਲਾਦਾਂ ਤੇ ਇਹਨਾਂ ਬੱਚਿਆਂ ਤੇ ਇਹਨਾਂ ਭੈਣ ਭਰਾਵਾਂ ਤੇ ਇਹਨਾਂ ਤੇ ਲੁਟਾ ਦੇ। ਇਹੀ ਤੇਰੀ ਦੁਨੀਆ ਸਾਰੇ ਦੀ ਸਾਰੀ। ਇਹ ਮੋਹ ਆ। ਇਸ ਸਾਰੇ ਚੱਕਰ ਦੇ ਵਿੱਚ ਬੰਦਾ ਪਿਆ ਹੋਇਆ, ਅਨਐਥੀਕਲ, ਨੌਨ ਪ੍ਰਿੰਸੀਪਲ, ਨੌਨ ਸਪਿਰਿਚੁਅਲ, ਇਸ ਕਿਸਮ ਦਾ ਬਿਹੇਵੀਅਰ ਅਡਾਪਟ ਕਰਦਾ ਲਗਾ ਜਾਂਦਾ ਤੇ ਪੂਰਾ ਦਾ ਪੂਰਾ ਜੀਵਨ ਕਈ ਵਾਰੀ ਇਸ ਪਾਸੇ ਲਗਾ ਦਿੰਦਾ ਹੈਗਾ। ਸਾਹਿਬ ਪਾਤਸ਼ਾਹ ਬਿਆਨ ਕਰਦੇ ਹੋ, ਬੰਦੇ ਜਦੋਂ ਤੈਨੂੰ ਕਿਤੇ ਗੁਰੂ ਨੇ ਸਮਝ ਦੇ ਦਿੱਤੀ ਤੇ ਸਮਝ ਫਿਰ ਇਹ ਆਉਂਦੀ ਹੈ ਕਿ ਇਹ ਜੋ ਸਾਰੇ ਰਿਸ਼ਤੇ ਨਾਤੇ ਸੰਬੰਧ ਨੇ ਨਾ, ਇਹ ਸਾਰੇ ਦੇ ਸਾਰੇ ਹੈ ਕੀ ਹੈ, ਇਹ ਇਤਨਾ ਹੀ ਹੈ ਕਿ ਜੋ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਹਾਈ। ਇਹ ਪੁਰਬਲਾ ਲੈਣ ਦੇਣ ਹੈ ਸਾਡਾ, ਅਸੀਂ ਉਸ ਕਰਕੇ ਛਾਤੇ ਇਕੱਠੇ ਹੋਏ ਹਾਂ। ਅਖੀਰ ਸਭ ਨੇ ਆਪੋ ਆਪਣਾ ਰਾਹ ਵੇਖਣਾ ਹੈ। ਇਸ ਲਈ ਇੱਥੇ ਜੋ ਬਣਦਾ ਸਰ ਦੀ ਡਿਊਟੀ ਹੈ ਉਹ ਬੜੇ ਐਥੀਕਲੀ ਤੇ ਬੜੇ ਪ੍ਰਿੰਸੀਪਲ ਲੈਵਲ ਤੇ ਫੁਲਫਿਲ ਕੀਤੀ ਜਾਏ। ਉਹ ਇਹੋ ਜਿਹੇ ਜੀਵਨ ਯਾਪਨ ਨੂੰ ਨਾ ਅਪਣਾਇਆ ਜਾਏ ਜਿਹਦੇ ਵਿੱਚ ਮੈਂ ਆਪਣੇ ਜੀਵਨ ਲਈ, ਆਪਣੇ ਜ਼ਮੀਰ ਫਰੋਸ਼ਗੀ ਵਾਸਤੇ ਉਸ ਕਿਸਮ ਦੇ ਹਾਲਾਤਾਂ ਨੂੰ ਕ੍ਰੀਏਟ ਕਰ ਲਵਾਂ। ਗੁਰੂ ਬਾਬਾ ਜੀ ਅਸੀਂ ਬਚਨ ਪੜ੍ਹੀਏ, ਮਹਾਰਾਜ ਜ਼ਿਕਰ ਕਰਦੇ ਨੇ ਕਿ ਕਾਮਨ ਲੋਇਡੇ ਸੋਇਨਾ ਰੂਪਾ ਮਿੱਤਰ ਲੋੜੇਨ ਖਾ ਦਾਤਾ। ਜਿਨ੍ਹਾਂ ਨਾਲ ਤੂੰ ਬਹੁਤ ਮੋਹ ਕਰਦਾ ਨਾ, ਉਹ ਤੇਰੇ ਤੋਂ ਕੁਝ ਨਹੀਂ ਚਾਹੁੰਦੇ, ਸਿਰਫ ਇੰਨਾ ਹੀ ਚਾਹੁੰਦੇ ਨੇ ਵੀ ਤੂੰ ਵੱਧ ਤੋਂ ਵੱਧ ਸਮਾਨ ਲਿਆ ਉਹਨਾਂ ਵਾਸਤੇ, ਤੂੰ ਵੱਧ ਤੋਂ ਵੱਧ ਜਿਹੜਾ ਹੈਗਾ ਉਹਨਾਂ ਨੂੰ ਫੈਸਿਲੀਟੇਟ ਕਰ, ਉਹਨਾਂ ਨੂੰ ਇਸ ਕਿਸਮ ਦੇ ਨਾਲ ਕੰਫਰਟ ਦੇ। ਇਹੀ ਖਾਸ਼ ਆ ਉਹਨਾਂ ਦੀ। ਕਹਿਣ ਲੱਗੇ ਕਾਮਨ ਲੋਇਡੇ ਸੋਇਨਾ ਰੂਪਾ, ਘਰ ਦੇ ਜੀ ਸੋਨਾ ਰੂਪਾ ਚਾਂਦੀ ਮਹਾਰਾਜ ਜਵਾਹਰਾਤ ਇਹੋ ਜਿਹੀਆਂ ਚੀਜ਼ਾਂ ਚਾਹੁੰਦੇ ਨੇ। ਜੋ ਮਿੱਤਰ ਲੋੜੇਨ ਖਾ ਦਾਤਾ ਨਾਨਕ ਪਾਪ ਕਰੇ ਤਿਹ ਕਾਰਨ। ਇਹ ਨਾਨਕ ਉਹਨਾਂ ਦੇ ਮੋਹ ਵਿੱਚ ਵੱਜਾ ਹੋਇਆ ਪਾਪ ਕਰਨ ਤੱਕ ਤੁਰ ਜਾਂਦਾ ਹੈਗਾ। ਤੇ ਕਹਿੰਦੇ ਜਾਸੀ ਜੰਪੁਰ ਖਾ ਦਾਤਾ, ਅਖੀਰ ਜਮਾਂ ਦੀ ਪੁਰੀ ਵਿੱਚ ਜਾ ਕੇ ਵੱਜੇਗਾ। ਜਦੋਂ ਗੁਰੂ ਨੇ ਇਹੋ ਜਿਹਾ ਗਿਆਨ, ਇਹੋ ਜਿਹੀ ਸੋਝੀ ਦਿੱਤੀ, ਬੰਦਾ ਇਸ ਦੋਖ ਤੋਂ ਬਾਹਰ ਆ ਗਿਆ। ਵਰਤਾਓ ਇਹ ਹੋ ਗਿਆ ਕਿ ਇਸ ਰਾਹ ਦੇ ਉੱਤੇ ਤੁਰਦਿਆਂ ਹੋਇਆਂ ਮਾੜੇ ਪਾਸੇ ਨਹੀਂ ਜਾਣਾ, ਝੂਠ ਨਹੀਂ ਬੋਲਣਾ, ਉਸ ਕਿਸਮ ਦੀ ਖੁਆਰੀ ਹਾਸਲ ਨਹੀਂ ਕਰਨੀ। ਸੋ ਇਹ ਹੈ ਮੋਹ ਦੇ ਦੋਖ ਤੋਂ ਆਜ਼ਾਦ ਹੋ ਜਾਣਾ, ਇੱਕ ਰੂਪ ਆ। ਦੂਸਰਾ ਜੇ ਅਸੀਂ ਦੇਖੀਏ ਤੇ ਕਹਿੰਦੇ ਨੇ ਜਿਹੜਾ ਵੱਡਾ ਹਿੱਸਾ ਸਾਡੇ ਸਰੀਰ ਦੇ ਵਿੱਚ ਪਾਣੀ ਤੋਂ ਬਾਅਦ ਉਹ ਹੈਗੀ ਮਿੱਟੀ, ਕਿਉਂਕਿ ਮਿੱਟੀ ਇਹ ਸਾਰੀ ਹੱਡੀਆਂ, ਮਾਸ, ਮਿੱਝ, ਸਾਰਾ ਕੁਝ ਮਿੱਟੀ ਤੇ ਬਣਿਆ ਸਾਰੇ ਦਾ ਸਾਰਾ। ਮਿੱਟੀ ਦਾ ਦੋਖ ਇਹ ਹੈ ਜਿਹਨੂੰ ਕਹਿ ਲਓ ਕਿ ਲਾਲਚ। ਬੰਦਾ ਸਪੋਜ਼ ਸਿੰਪਲ ਹੀ ਕਰ ਲਈਏ, ਮਿੱਟੀ ਨੇ ਰੂਪ ਵਟਾਇਆ, ਮਿੱਟੀ ਐਕਚੁਅਲੀ ਕੀ ਕਨਵਰਟ ਹੋ ਗਈ, ਗ੍ਰੇਨ ਬਣ ਗਿਆ, ਮਤਲਬ ਅਨਾਜ ਬਣ ਗਿਆ। ਮਿੱਟੀ ਦਾ ਹੀ ਰੂਪ ਹੈ ਜੇ ਸਹੀ ਰੂਪ ਵਿੱਚ ਦੇਖੋ ਤੇ। ਮਿੱਟੀ ਨੇ ਰੂਪ ਵਟਾ ਲਿਆ, ਫਲ ਫਰੂਟ ਬਣ ਗਿਆ। ਉਸੇ ਫਲ ਫਰੂਟ ਗ੍ਰੇਨ ਗ੍ਰਾਸ ਨੂੰ ਖਾ ਕੇ ਮਿੱਟੀ ਦਾ ਰੂਪ ਬਣ ਗਿਆ, ਮਾਸ ਬਣ ਗਿਆ। ਇਹ ਚੀਜ਼ਾਂ ਹੁੰਦੀਆਂ ਨੇ। ਹੁਣ ਜੇ ਕੋਈ ਬੰਦਾ ਖਾ ਹੀ ਰਿਹਾ ਤੇ ਖਾਣ ਦਾ ਲਾਲਚੀ ਹੋ ਜਾਏ, ਲਾਲਚ ਨਾਲ ਖਾਣ ਲੱਗ ਜੇ, ਕੀ ਹੋਏਗਾ? ਮਿੱਟੀ ਵੱਧ ਇਨਟੇਕ ਕਰੇਗਾ, ਮਿੱਟੀ ਲੱਗ ਜਾਏਗੀ 4 ਚੁਫੇਰੇ। ਦੈਟਸ ਇਟ। ਮਿੱਟੀ ਦਾ ਬਹੁਤ ਲਾਲਚੀ ਹੋ ਜਾਏਗਾ ਤੇ ਫਿਰ ਕੀ ਹੋਏਗਾ? ਮਿੱਟੀ ਇਕੱਠੀ ਕਰਨੀ ਸ਼ੁਰੂ ਕਰ ਦੇਗਾ। ਧਨ ਦੌਲਤ ਪਦਾਰਥ ਘਰ ਮਕਾਨ ਸਭ ਮਿੱਟੀ ਹੈ, ਕੁਛ ਵੀ ਨਹੀਂ ਜੇ ਸਹੀ ਰੂਪ ਵਿੱਚ ਦੇਖਿਆ ਜਾਏ ਤੇ। ਪਰ ਬੰਦਾ ਇਤਨਾ ਜ਼ਿਆਦਾ ਇਹਦੇ ਪਿੱਛੇ ਦੌੜ ਰਿਹਾ ਹੈ ਕਿ ਉਹਨੂੰ ਪਤਾ ਹੀ ਨਹੀਂ ਲੱਗ ਰਿਹਾ। ਇਹ ਲਾਲਚ ਹੈ, ਇਹ ਦੋਖ ਹੈ। ਜਿਹੜਾ ਗਰੀਡ ਆ, ਇਹ ਮੇਨ ਡਰਾਈਵਿੰਗ ਫੋਰਸ ਹੈ ਸਾਡੇ ਸਾਰੇ ਜੀਵਨ ਨੂੰ ਚਲਾਉਣ ਵਾਸਤੇ। ਲਾਲਚ ਜਿਹੜੀ ਸਵਾਰਥਤਾ ਆ, ਪਰ ਆਖਿਰਕਾਰ ਕੋਈ ਲਿਮਿਟ ਵੀ ਤੇ ਹੋਏ ਕਿਸੇ ਰੂਪ ਦੇ ਵਿੱਚ। ਦੋਖ ਇਹੀ ਹੈ ਜਦੋਂ ਬੰਦਾ ਬਹੁਤ ਲਾਲਚ ਵਿੱਚ ਪੈ ਜਾਏ। ਸਰੀਰ ਦੀ ਕੈਪੈਸਿਟੀ ਹੈ ਖਾਣ ਦੀ, ਉਹਦੇ ਮੁਤਾਬਕ ਖਾ, ਠੀਕ ਹੈ। ਜੇ ਉਸ ਤੋਂ ਵੱਧ ਖਾਏਗਾ ਲਾਲਚ, ਲੋਕ ਕਹਿੰਦੇ ਨੇ 2 ਚੀਜ਼ਾਂ 'ਚ ਹਮੇਸ਼ਾ ਫਰਕ ਕਰੋ, ਬਿਟਵੀਨ ਗਰੀਡ ਐਂਡ ਨੀਡ। Sometime we think that's my need. If you pay attention properly, that's not my need, that's my greed. ਕਹਿੰਦੇ ਨੇ ਲੋੜ ਤੇ ਲੋਭ, ਇਹਦੇ 'ਚ ਬੜਾ ਵੱਡਾ ਫਰਕ ਹੈ ਜੇ ਧਿਆਨ ਨਾਲ ਦੇਖੋਗੇ ਤੇ। ਮੇਰੀ ਲੋੜ ਹੈ ਮੈਂ ਕੱਪੜਾ ਪਾਣਾ, ਪਰ ਮੇਰਾ ਲੋਭ ਹੈ ਮੈਂ 10,000 ਤੋਂ ਘੱਟ ਲਿਬਾਸ ਨਹੀਂ ਪਾਣਾ। I have to pay attention. ਮੇਰੀ ਲੋੜ ਹੈ ਮੈਨੂੰ ਪ੍ਰਸ਼ਾਦੇ 2 ਚਾਹੀਦੇ ਨੇ, ਪਰ ਮੇਰਾ ਲੋਭ ਹੈ ਕਿ ਮੇਰੇ ਟੇਬਲ ਦੇ ਉੱਤੇ ਦੁਨੀਆ ਦਾ ਹਰ ਪਦਾਰਥ ਜਿਹੜਾ ਹੈਗਾ ਪਿਆ ਹੋਣਾ ਚਾਹੀਦਾ। ਮੇਰੀ ਲੋੜ, ਆਈ ਨੀਡ ਸ਼ੈਲਟਰ, ਬਟ ਐਟ ਦ ਸੇਮ ਟਾਈਮ ਮੇਰਾ ਲੋਭ ਆ ਕਿ ਜਿੰਨੀ ਦੇਰ ਤੱਕ ਮੇਰੇ ਕੋਲ 15-20 ਕਮਰਿਆਂ ਵਾਲੀ ਵੱਡੀ ਮੈਂਸ਼ਨ ਨਹੀਂ ਹੁੰਦੀ,
I cannot feel actually comfortable. That's my comfort zone. ਸੋ ਇਹ ਜਿਹੜੀ ਹਾਲਤ ਆ, ਇਹ ਹੈ ਬੰਦਾ ਮਿੱਟੀ ਦੇ ਮਗਰ ਭੱਜ ਰਿਹਾ। ਤੇ ਬਾਣੀ ਪਤਾ ਕਹਿੰਦੀ, ਬਾਣੀ ਕਹਿੰਦੀ ਗਰਦਬ ਪ੍ਰੀਤ ਭਸਮ ਸੰਗ ਹੋਏ। ਜਿਹੜੀ ਬਹੁਤ ਜ਼ਿਆਦਾ ਭਸਮ ਮਿੱਟੀ ਨਾਲ ਸਾਂਝ ਪਾਉਣ ਵਾਲੀ ਗੱਲ ਹੈ, ਇਹ ਖੋਤੇ ਦੀ ਬਿਰਤੀ ਹੈ। ਖੋਤੇ ਨੂੰ ਤੁਸੀਂ ਦੇਖਿਆ ਹੋਏਗਾ, ਉਹ ਮਿੱਟੀ 'ਚ ਖੌਰੂ ਪਾਉਂਦਾ ਬਹੁਤ ਜ਼ਿਆਦਾ। ਜਿਹੜਾ ਬੰਦਾ ਇਤਨੀ ਜ਼ਿਆਦਾ ਬਸ ਸਵੇਰ ਤੋਂ ਸ਼ਾਮ ਤੱਕ ਇੱਕੋ ਹੀ ਚੀਜ਼, ਹਰ ਬੰਦੇ ਨੂੰ ਦੇਖਣਾ ਹੈ, ਉਹਨੂੰ ਦੇਖਣਾ ਇਹਦੇ ਕੋਲ ਪੈਸੇ ਕਿੰਨੇ ਨੇ, ਕਿੰਨਾ ਕਮਾ ਲਿਆ, ਕਿੰਨਾ ਕੈਪੀਟਲ ਆ, ਕਿਸ ਕਿਸਮ ਦੇ ਨਾਲ, ਕਿਸੇ ਨੂੰ ਹਰ ਇੱਕ ਨਾਪ ਤੋਲ, ਪੂਰਾ ਪੈਮਾਨਾ, ਜ਼ਿੰਦਗੀ ਦਾ ਮੈਜਰਮੈਂਟ ਹੀ ਮਿੱਟੀ ਹੋ ਗਿਆ। ਦੈਟਸ ਮੀਨ ਬੰਦਾ ਮਿੱਟੀ ਦਾ ਮਾਧੋ ਬਣ ਗਿਆ ਹੈਗਾ। ਇਹ ਦੋਖ ਹੈ ਬੜਾ ਵੱਡਾ, ਬਾਹਰ ਆ ਜਾ ਇਹਦੇ ਤੋਂ। ਗੁਰੂ ਮਹਾਰਾਜ ਨੇ ਕਿਹਾ, ਮੇਰੇ ਰੱਬ ਨੇ ਮੇਰੇ ਤੇ ਬਖਸ਼ਿਸ਼ ਕੀਤੀ, ਮਿੱਟੀ ਤੇ ਲੱਗੀ ਹੈ ਸਰੀਰ ਨੂੰ, ਮਿੱਟੀ 'ਚ ਜੀ ਰਿਹਾ, ਪਰ ਮਿੱਟੀ ਦੇ ਦੋਖ ਤੋਂ ਬਾਹਰ ਆ ਗਿਆ। ਜਿਹੜੀ ਹਵਸਗਿਰੀਅਤ ਸੀ, ਸਵਾਰਥ ਪ੍ਰਸਤਗੀ ਸੀ, ਲਾਲਚ ਸੀਗਾ, ਇਸ ਚੀਜ਼ ਨੂੰ ਜਿਹੜਾ ਆ, ਜਿਹਨੂੰ ਸਾਹਿਬ ਨੇ ਕਿਹਾ, ਕਾਮ ਕ੍ਰੋਧ ਤੁਮ ਕਰੋ ਬਸੋਲੇ, ਗੋਡੋ ਧਰਤੀ ਭਾਈ, ਜਿਉਂ ਗੋਡੋ ਤਿਉਂ ਤੁਮ ਸੁਖ ਪਾਵੋ, ਕਿਰਤ ਨਾ ਮੇਟਿਆ ਜਾਏ। ਇਹ ਇਸ ਤਰ੍ਹਾਂ ਆ ਜਿਵੇਂ ਇੱਕ ਬਹੁਤ ਸ਼ਾਰਪ ਐਜ ਤੁਸੀਂ ਕੋਈ ਕਿਸੇ ਕਿਸਮ ਦਾ ਕੋਈ ਜਿਹੜਾ ਆ ਕੋਈ ਇੰਸਟਰੂਮੈਂਟ ਵਗੈਰਾ ਹੱਥ 'ਚ ਫੜਿਆ ਆ, ਅਤੇ ਜੇ ਤੁਸੀਂ ਉਹਨਾਂ ਨਾਲ ਪ੍ਰੋਪਰਲੀ ਪਲੇ ਨਾ ਕੀਤਾ, ਤੁਹਾਡਾ ਹੱਥ ਪੈਰ ਵੱਢ ਦੇਗਾ। ਅਤੇ ਜੇ ਤੁਸੀਂ ਉਹਨੂੰ ਪ੍ਰੋਪਰ ਪਲੇ ਕਰਨਾ ਸਿੱਖ ਲਓ, ਪ੍ਰੋਪਰਲੀ ਉਹਨੂੰ ਚਲਾਉਣਾ ਸਿੱਖ ਲਓ, ਤਾਂ ਉਹਦੇ ਨਾਲ ਤੁਸੀਂ ਬੜੇ ਸੋਹਣੇ ਕੰਮ ਕਰ ਸਕਦੇ ਹੋ। ਲਾਲਚ ਇਸੇ ਕਿਸਮ ਦੀ ਚੀਜ਼ ਹੈ। ਮੇਰੇ ਗੁਰੂ ਨੇ ਮੈਨੂੰ ਤੌਫੀਕੀਅਤ ਦੇ ਦਿੱਤੀ, ਮੈਂ ਉਸ ਸਵਾਰਥ ਬਿਰਤੀ ਨੂੰ ਕੰਟਰੋਲ ਕਰ ਲਿਆ, ਮੈਂ ਲਾਲਚ ਬਿਰਤੀ ਨੂੰ ਕੰਟਰੋਲ ਕਰ ਲਿਆ, ਦੋਖ ਵਿੱਚੋਂ ਬਾਹਰ ਕੱਢ ਲਿਆ। ਸੋ ਮੋਹ ਹੈ ਵੱਡਾ ਦੋਖ, ਜਿਹੜਾ ਇਸ ਸਰੀਰ ਦੇ 'ਚ ਪਾਣੀ ਕਰਕੇ ਹੈ। ਉਸ ਤੋਂ ਬਾਅਦ ਮਿੱਟੀ, ਲਾਲਚ ਵੱਡਾ ਦੋਖ ਆ, ਜਿਹੜਾ ਮਿੱਟੀ ਦੇ ਰੂਪ ਵਿੱਚ ਆ। ਜਿਹੜਾ ਤੀਸਰਾ ਵੱਡਾ ਦੋਖ ਇਹਦੇ 'ਚ ਹੈਗਾ, ਉਹ ਹੈਗੀ ਏ ਜਿਹਨੂੰ ਤੁਸੀਂ ਐਨਰਜੀ ਕਹਿ ਲਓ, ਜਿਹੜੇ ਖਾਸ ਕਰਕੇ ਜਿਹੜਾ ਉਸ ਰੂਪ ਦੇ 'ਚ ਆਉਂਦਾ ਹੈਗਾ ਆ, ਗਰਮੀ, ਦਰਜੇ ਹਰਾਰਾ, ਟੈਂਪਰੇਚਰ। ਇਹਦਾ ਦੋਖ ਕੀ ਹੈ? ਕ੍ਰੋਧ। ਬੰਦਾ ਮਾੜਾ ਜਿਹਾ ਕੋਈ ਸੱਜੇ ਖੱਬੇ ਗੱਲ ਹੋਏ ਤੇ ਇੱਕਦਮ ਜਿਹੜਾ ਆਪੇ ਤੋਂ ਬਾਹਰ ਹੋ ਜਾਏ, ਤੇ ਲੋਕੀ ਕਹਿ ਵੀ ਦਿੰਦੇ ਨੇ, ਬੜੀ ਗਰਮੀ ਖਾ ਰਹੇ ਆ ਭਾਈ। ਭਾਵ ਇੱਕਦਮ ਜਿਹੜਾ ਹੈਗਾ ਸਿਰ ਦਾ ਟੈਂਪਰੇਚਰ ਹਾਈ ਹੋ ਜਾਣਾ। ਸੋ ਇਹ ਵੀ ਇੱਕ ਦੋਖ ਹੈ। ਇਹ ਵੀ ਸਰੀਰ ਵਿੱਚ ਪਿਆ ਆ, ਇੱਕ ਖਾਸ ਦਰਜੇ ਹਰਾਰਾ ਜਿਹੜਾ ਹਰ ਵਕਤ ਸਰੀਰ ਵਿੱਚ ਰਹਿੰਦਾ ਹੈਗਾ, ਗਰਮਾਇਸ਼ ਰਹਿੰਦੀ ਹੈਗੀ ਹੈ। ਪਰ ਉਹ ਗਰਮਾਇਸ਼ ਸਿਰ ਨੂੰ ਨਾ ਚੜ੍ਹੇ, ਇਹਦੇ ਵਾਸਤੇ ਬੰਦੇ ਨੂੰ ਯਤਨ ਕਰਨਾ ਚਾਹੀਦਾ ਹੈਗਾ। ਗੁਰੂ ਬਾਬਾ ਜੀ ਨੇ ਕਿਹਾ ਕਿ ਜਿਹੜਾ ਕ੍ਰੋਧ ਹੈ ਨਾ, ਹੇ ਕਲ ਮੂਲ ਕ੍ਰੋਧੰ ਕਦੰਚ ਕਰੁਣਾ ਨ ਉਪਰਜਤੇ, ਸ਼ਲੋਕ ਸੰਸਕ੍ਰਿਤੀ। ਗੁਰੂ ਅਰਜਨ ਸਾਹਿਬ ਜ਼ਿਕਰ ਕਰਦੇ ਕਿ ਲੋਕੀ ਕਹਿੰਦੇ, ਜਿਵੇਂ ਆਮ ਪੰਜਾਬੀ ਤਰਬੀਅਤ ਵਿੱਚ ਇਹ ਚੀਜ਼ਾਂ ਤੁਸੀਂ ਦੇਖਦੇ ਹੋ, ਸਾਡੇ ਘਰ ਕਿਸੇ ਨੇ ਕੁਛ ਕਰ ਦਿੱਤਾ ਆ, ਲੜਾਈ ਬੜੀ ਰਹਿੰਦੀ ਸਾਡੇ ਘਰ, ਸਾਡੇ ਕਿਸੇ ਘਰ ਦੇ ਜੀਅ ਨੂੰ ਕੁਛ ਖਵਾ ਦਿੱਤਾ ਕਿਸੇ ਨੇ, ਇਸ ਕਰਕੇ ਕਲੇਸ਼ ਹੈ। ਦੋਜ਼ ਕਾਈਂਡ ਆਫ ਥਿੰਗਸ ਪੀਪਲ ਆਲਵੇਜ਼ ਟਾਕ, ਦੈਟ ਇਜ਼ ਰਬਿਸ਼ ਟਾਕ ਐਕਚੁਅਲੀ, ਬਟ ਪੀਪਲ ਡੂ ਦੈਟ। ਹੁਣ ਗੱਲ ਇਹ ਹੈ ਕਿ ਗੁਰੂ ਅਰਜਨ ਸਾਹਿਬ ਨੂੰ ਪੁੱਛੀ, ਗੁਰੂ ਅਰਜਨ ਸਾਹਿਬ ਕਲੇਸ਼ ਬੜਾ ਰਹਿੰਦਾ ਹੈ, ਕਿਸੇ ਨੇ ਕੁਛ ਕਰਤਾ ਤਾਂ ਕਰਕੇ ਰਹਿੰਦਾ? ਗੁਰੂ ਸਾਹਿਬ ਕਹਿੰਦੇ ਨਹੀਂ, ਹੇ ਕਲ ਮੂਲ ਕ੍ਰੋਧੰ, ਕਲਹ ਦਾ ਸਭ ਤੋਂ ਵੱਡਾ ਮੂਲ ਬੀਜ ਜੜ ਪਤਾ ਕੀ ਹੈ? ਕ੍ਰੋਧ। ਤੁਸੀਂ ਕ੍ਰੋਧ ਤੇ ਕਾਬੂ ਕਰਨਾ ਸਿੱਖੋ, ਦੁਨੀਆ ਦਾ ਹਰ ਕਲੇਸ਼ ਮੁੱਕ ਜਾਏਗਾ, ਹਰ ਕਲੇਸ਼ ਮੁੱਕ ਜਾਏਗਾ। ਜਿਵੇਂ ਅਸੀਂ ਭਗਤ ਜੀ ਦੇ ਬਚਨ ਪੜ੍ਹੇ, ਦੁਨੀ ਵਜਾਈ ਵੱਜਦੀ ਤੂੰ ਵੀ ਵੱਜੈ ਨਾਲ। ਮੈਂ ਦੇਖਦਾ ਘਰਾਂ ਥਾਵਾਂ ਦੇ ਵਿੱਚ ਮਾਪੇ ਤੇ ਬੱਚੇ ਲੜ ਰਹੇ ਨੇ ਲਗਾਤਾਰ। ਚਲੋ ਥੋੜ੍ਹੀ ਬਹੁਤੀ ਅਪਸ ਐਂਡ ਡਾਊਨ ਉਸ ਲੈਵਲ 'ਤੇ ਹੋਣਾ ਰਿਲੇਸ਼ਨਸ਼ਿਪ ਦੇ ਵਿੱਚ, ਦੈਟ ਇਜ਼ ਇੰਟਰੈਕਸ਼ਨ, ਸਮ ਟਾਈਮ ਵੀ ਹੈਵ ਦੈਟ, but all the time we have only one program that we are just quarreling, nothing else. That's unacceptable, that's actually unhealthy. Then how can we come out of that? Very simple thing ਹੈ। ਉਹਦੇ 'ਚ ਇਹ ਹੈ ਕਿ ਇੱਕ ਨੇ ਕੁਝ ਕਿਹਾ ਆ, ਦੂਜਾ ਉਸ ਸਿਚੁਏਸ਼ਨ ਨੂੰ ਅਵੋਇਡ ਕਰੇ। ਜਦੋਂ ਇੱਕ ਕੁਝ ਕਰਦਾ ਆ, ਇੱਕ ਕਿਸੇ ਕਿਸਮ ਦੀ ਬਾਤ ਕਰਦਾ, ਦੂਸਰਾ ਕਹਿੰਦਾ ਮੈਂ ਜਵਾਬ ਦਿਆਂਗਾ ਤੈਨੂੰ। ਹੁਣ ਹੋਇਆ ਕੀ ਹੈ? ਪ੍ਰੋਵੋਕਿੰਗ ਹੋ ਰਹੀ ਹੈ। ਹਟ ਪਿੱਛੇ ਇਸ ਕਰਕੇ ਨਹੀਂ ਰਿਹਾ ਬੰਦਾ ਕਿ ਉਹ ਕ੍ਰੋਧ ਹਟਣ ਨਹੀਂ ਦੇ ਰਿਹਾ। ਕ੍ਰੋਧਾ ਬਿਰਤੀ ਦੇ ਵਿੱਚ ਬੰਦਾ ਉਹ ਚੀਜ਼ ਕਰ ਜਾਂਦਾ, ਹੇ ਕਲ ਮੂਲ ਕ੍ਰੋਧੰ ਕਦੰਚ ਕਰੁਣਾ ਨ ਉਪਰਜਤੇ, ਕਰੁਣਾ ਉਪਰਦੀ ਨਹੀਂ। ਜਿਸ ਬੱਚੇ ਨੂੰ ਇੰਨਾ ਮੋਹ ਕਰਦਾ, ਜਿੱਦਾਂ ਪਹਿਲਾਂ ਮੋਹ ਦੀ ਬਾਤ ਕੀਤੀ, ਸਨੇਹ ਕਰਦਾ, ਉਹਦਾ ਮੱਥਾ ਚੁੰਮਦਾ, ਉਹਨੂੰ ਜਿਹੜਾ ਹੈਗਾ ਇੰਨਾ ਇਸ ਕਿਸਮ ਦੇ ਨਾਲ ਉਹਨੂੰ ਲਾਡੀਆਂ ਲਾਉਂਦਾ, ਉਹਦੇ ਵਾਸਤੇ ਰਾਤ ਦਿਨ ਕਰਦਾ, ਗੁੱਸਾ ਆਉਂਦਾ ਥੱਪੜ ਮਾਰ ਦਿੰਦਾ ਉਹਨੂੰ। ਗੁੱਸਾ, ਕ੍ਰੋਧ, ਕਲ ਮੂਲ ਕ੍ਰੋਧੰ ਕਦੰਚ ਕਰੁਣਾ, ਕਰੁਣਾ ਹੀ ਨਹੀਂ ਉਪਜਦੀ, ਅੰਦਰ ਸਨੇਹਤਾ ਖਤਮ ਹੋ ਜਾਂਦੀ। ਸੋ ਇਹ ਹੈ, ਇਸ ਨੂੰ ਗੁਰੂ ਬਾਬਾ ਜੀ ਨੇ ਕਿਹਾ ਕਿ ਉਹ ਬੰਦੇ ਜਿਹੜਾ ਕ੍ਰੋਧ ਆ, ਇਹ ਪਾਪ ਕਰਵਾਉਂਦਾ ਆ। ਪਾਪ ਦਾ ਮੂਲ ਕ੍ਰੋਧ ਹੈ ਅਸਲ ਦੇ ਵਿੱਚ। ਅਤੇ ਇਸ ਨੂੰ ਕਰੋਗੇ, ਕਾਬੂ ਕਿਵੇਂ ਕਰੋਗੇ? ਇਹ ਦੋਖ 'ਚੋਂ ਬਾਹਰ ਕਿਵੇਂ ਨਿਕਲੋਗੇ? ਗੁਰੂ ਅਰਜਨ ਸਾਹਿਬ ਦੇ ਸੰਦੇਸ਼ ਅਸੀਂ ਪੜ੍ਹਦੇ ਹਾਂ, ਬਿਲਮ ਪਾਪੰਗ,
ਜਦੋਂ ਬੰਦੇ 'ਚ ਇੱਕਦਮ ਸਿਰ ਨੂੰ ਕ੍ਰੋਧ ਚੜ੍ਹ ਜੇ ਨਾ, ਤੇ ਕਹੇ ਕਿ ਹੁਣ ਮੈਂ ਕਿਸੇ ਨੂੰ ਮੰਦਾ ਬੋਲ ਦੇਣਾ ਆ, ਮੈਂ ਕਿਸੇ ਨੂੰ ਕੁਝ ਮਾਰ ਦੇਣਾ ਆ, ਸਭ ਚੀਜ਼ਾਂ ਦੇ ਨਾਲ, ਸਿਰਫ ਇੰਨਾ ਆ, ਵਿਲਮ ਦੇਰੀ ਲਾ ਦੇ, ਜਸਟ ਥੋੜ੍ਹਾ ਜਿਹਾ ਉਹਦੇ 'ਚ ਪੌਜ਼ ਪਾ ਲੈ, ਥੋੜ੍ਹਾ ਜਿਹਾ ਉਹਦੇ 'ਚ ਸਮਾਂ ਬਾਏ ਕਰ ਲੈ, ਕ੍ਰੋਧ ਦਾ ਉਫਾਨ ਚਲਾ ਜਾਏਗਾ। 2 ਪਲ ਬਾਅਦ ਬੰਦਾ ਸੋਚੇਗਾ, ਦੱਸੋ ਐਵੇਂ ਆਹ ਕੰਮ ਕਰਨ ਲੱਗਾ ਸੀਗਾ, ਕੀ ਫਾਇਦਾ। ਸੋ ਇਹ ਹੈ ਕ੍ਰੋਧ ਦੇ ਇਸ ਜਿਹੜਾ ਹੈਗਾ ਦੋਖ ਤੋਂ। ਗੁਰੂ ਸਾਹਿਬ ਕਹਿੰਦੇ ਮੈਨੂੰ ਰੱਬ ਜੀ ਨੇ ਬਚਾ ਲਿਆ, ਮੈਨੂੰ ਆਹ ਸੋਚ ਆ ਗਈ। ਇਸ ਤੋਂ ਬਾਅਦ ਜਿਹੜਾ ਅਗਲਾ ਅਸੀਂ ਪੜਾਅ ਦੇਖਦੇ ਹੈਗੇ ਆ, ਜਿਹੜਾ ਸਾਡੇ ਸਰੀਰ ਦੇ 'ਚ ਹਿੱਸਾ, ਉਹ ਹੈਗੀ ਹਵਾ। ਹਾਲਾਂਕਿ ਹਵਾ ਹੈ ਤਾਂ ਕੁਛ ਵੀ ਨਹੀਂ, ਪਰ ਹਵਾ ਨਾਲ ਹੀ ਸਭ ਕੁਝ ਚੱਲ ਰਿਹਾ ਹੈ, ਅੰਦਰ ਬਾਹਰ ਲਗਾਤਾਰ ਹੋ ਰਹੀ ਹੈ। ਆਕਸੀਜਨ ਜਿਹਨੂੰ ਕਹਿ ਲਓ ਲੰਗਸ ਦੇ ਰੂਪ ਦੇ ਵਿੱਚ, ਲੱਗਦਾ ਐਵੇਂ ਹੈ ਜਿਵੇਂ ਬਸ ਇਹੀ ਹੋ ਰਹੀ ਹੈ। ਐਕਚੁਅਲੀ ਜਿਹੜੀ ਹਵਾ ਇੱਥੇ ਹੋ ਰਹੀ ਹੈ, ਖੂਨ ਦੇ ਇੱਕ ਰੇਸ਼ੇ ਨੂੰ ਉਹ ਜਾ ਕੇ ਆਕਸੀਜਨ ਮਿਲਦੀ ਹੈ, ਤਾਂ ਜਾ ਕੇ ਜਿਹੜਾ ਹੈਗਾ ਸਰੀਰ ਚੱਲਦਾ ਸਾਰੇ ਦਾ ਸਾਰਾ। ਇਹਦਾ ਹਵਾ ਦਾ ਦੋਖ ਕੀ ਹੈ? ਵਾਸ਼ਨਾ, ਲਸਟ। ਜਿਹੜਾ ਲਸਟ ਆ ਇਹ ਐਕਚੁਅਲੀ ਇੱਥੋਂ ਆਉਂਦਾ ਹੈਗਾ। ਵਾਸ਼ਨਾ ਦਾ, ਲਸਟ ਦਾ ਐਕਚੁਅਲੀ ਰੂਪ ਵੀ ਇੰਨਾ ਕੀ ਹੁੰਦਾ ਹੈ, ਜਿਵੇਂ ਹਵਾ ਦਾ ਬੁੱਲਾ ਆਇਆ, ਮਾੜਾ ਜਿਹਾ ਆਇਆ, ਚਲਾ ਗਿਆ, ਦੈਟਸ ਇਟ। ਇਟਸ ਬਹੁਤ ਟਾਈਨੀ ਮੂਮੈਂਟ ਹੈ ਸੁਰਤ ਦੇ ਵਿੱਚ। ਜੇ ਬੰਦਾ ਇਸ ਨੂੰ ਸਹੀ ਰੂਪ ਵਿੱਚ ਆਈਡੈਂਟੀਫਾਈ ਕਰ ਲੇ, ਇਹਦੇ ਪ੍ਰਭਾਵ ਤੋਂ ਬਚ ਸਕਦਾ। ਅਦਰਵਾਈਜ਼ ਉਹ ਇੱਕ ਟਾਈਨੀ ਮੂਮੈਂਟ ਆਉਂਦੀ ਹੈ, ਬੰਦਾ ਬਰਬਾਦ ਹੋ ਜਾਂਦਾ, ਜ਼ਿੰਦਗੀਆਂ ਬਰਬਾਦ ਹੋ ਜਾਂਦੀਆਂ ਇਹਦੇ ਨਾਲ। ਗੁਰੂ ਸਾਹਿਬ ਨੇ ਬਾਣੀ 'ਚ ਇਹਨੂੰ ਇਸ ਤਰ੍ਹਾਂ ਬਿਆਨ ਕੀਤਾ, ਜੋ ਇਹ ਹਾਲਤ ਆ, ਨਿਮਖ ਕਾਮ ਸਵਾਦ ਕਾਰਨ ਕੋਟ ਦਿਵਸ ਦੁੱਖ ਪਾਵੈ, ਘੜੀ ਮੋਹਤ ਰੰਗ ਮਾਣੈ, ਫਿਰ ਬਹੁੜ ਪਛਤਾਵੈ। ਸਭ ਕਹਿੰਦੇ ਹੈ ਬਹੁਤ ਟਾਈਨੀ ਮੂਮੈਂਟ ਆ ਸਾਰੇ ਦੀ ਸਾਰੀ, ਪਰ ਉਹ ਐਸੀ ਸੁਰਤ ਮਾਰੀ ਜਾਂਦੀ ਹੈ, ਬੰਦਾ ਕਿਤੇ ਨਾ ਕਿਤੇ ਪਹੁੰਚ ਜਾਂਦਾ ਹੈ। ਇਹਦੇ ਤੋਂ ਵੀ ਆਜ਼ਾਦੀ ਹੈ ਜਦੋਂ ਇਹਦੀ ਸਮਝ ਆ ਜਾਏ, ਮੇਰੇ ਪ੍ਰਭੂ ਨੇ ਮੇਰੇ ਤੇ ਗੁਣ ਕੀਤਾ, ਮੈਨੂੰ ਇਹਦੇ ਤੋਂ ਵੀ ਬਾਹਰ ਲੈ ਆਂਦਾ। ਜਿਹੜਾ ਪੰਜਵਾਂ ਤੇ ਆਖਰੀ ਦੋਖ ਸਾਡੇ ਨਾਲ ਜੁੜਿਆ ਹੈਗਾ, ਉਹ ਹੈਗਾ ਅਹੰਕਾਰ ਦਾ। ਅਹੰਕਾਰ ਜਿਹੜਾ ਸਾਡਾ ਪੰਜਵਾਂ ਤੱਤ ਆ। ਵੈਸੇ ਵੈਸਟਰਨ ਵਰਲਡ ਜਿਹੜਾ ਆ, ਖਾਸ ਕਰਕੇ ਜੇ ਅਸੀਂ ਦੇਖੀਏ ਕਤੇਬੀ ਮਤਾਂ ਦੇ ਵਿੱਚ, ਦੇ ਜਸਟ only recognize 4 elements which are playing role in our creation. They don't consider the 5th one. The 5th one is space. ਪਰ ਸਪੇਸ ਤੋਂ ਬਿਨਾਂ ਤਾਂ ਕੁਛ ਵੀ ਨਹੀਂ। ਮਤਲਬ ਗਗਨ ਤੱਤ ਜਿਹਨੂੰ ਕਿਹਾ ਜਾਂਦਾ ਹੈ, ਕੋਈ ਵੀ ਚੀਜ਼ ਆ ਉਹਨੂੰ ਰੱਖਣਾ ਕਿਤੇ ਸਪੇਸ ਤੇ ਚਾਹੀਦਾ ਨਾ। ਜਿਹੜਾ ਸਪੇਸ ਆ ਇਹ ਹੁੰਦਾ ਤੇ ਕੁਝ ਨਹੀਂ, ਖਾਲੀ ਹੁੰਦਾ, ਖਲਾ ਹੁੰਦਾ ਆ। ਹੰਕਾਰ ਇਹੀ ਹੈ। ਹੰਕਾਰ ਇਜ਼ ਨਥਿੰਗ ਸਵਾਏ ਸਪੇਸ ਤੋਂ। ਬੰਦਾ ਆਪਣੀ ਹੋਂਦ ਜਿਹੜੀ ਹੈ, ਆਪਣੀ ਐਗਜ਼ਿਸਟੈਂਸ ਜਿਹੜੀ ਹੈ, ਉਹ ਐਗਜ਼ਿਸਟ ਕਰਦਾ ਮਿੱਟੀ ਨਾਲ, ਪਾਣੀ ਨਾਲ, ਤੱਤਾਂ ਨਾਲ। ਇੰਨਾ ਐਨਫ ਨਹੀਂ ਉਹਦੇ ਵਾਸਤੇ। ਉਹਦੀ ਐਗਜ਼ਿਸਟੈਂਸ ਲੋਕਾਂ ਦੀਆਂ ਨਜ਼ਰਾਂ 'ਚ ਵੀ ਹੋਣੀ ਚਾਹੀਦੀ ਹੈ, ਆਲੇ ਦੁਆਲੇ ਵੀ ਹੋਣੀ ਚਾਹੀਦੀ। ਅਹੰਕਾਰ, ਈਗੋ, ਜੇ ਇਹ ਚੀਜ਼ ਨਾ ਹੋਏ, ਬੰਦਾ ਆਪਣੀ ਜਿਹੜਾ ਹੈਗਾ ਉਹਨੂੰ ਸੈਲਫ ਰਿਸਪੈਕਟ ਨਹੀਂ ਲੱਗਦੀ, ਉਹਨੂੰ ਸੈਲਫ ਐਗਜ਼ਿਸਟੈਂਸ ਨਹੀਂ ਲੱਗਦੀ। ਇੱਥੋਂ ਫਿਰ ਸਾਰਾ ਮਸਲਾ ਖੜਾ ਹੁੰਦਾ। ਇਹ ਹੈ ਕੁਛ ਵੀ ਨਹੀਂ, ਖਾਲੀ ਹੈ, ਪਰ ਇਹ ਬੜੀ ਵੱਡੀ ਚੀਜ਼ ਆ। ਜਿਵੇਂ ਕਈ ਵਾਰੀ ਕੋਈ ਬੰਦਾ ਜਿਵੇਂ ਬਾਤ ਕਰੇ, ਤੇ ਤੁਸੀਂ ਕਿਸੇ ਆਪਣੇ ਰਿਸ਼ਤੇਦਾਰ, ਮਿੱਤਰ, ਸੱਜਣ ਕਿਸੇ ਦੇ ਘਰ ਜਾਓ, ਉੱਥੋਂ ਵਾਪਸ ਆਓ, ਉਹਨਾਂ ਨੂੰ ਵਿਜ਼ਿਟ ਕਰਕੇ ਆਪਣੀ ਫੈਮਿਲੀ ਦੇ ਵਿੱਚ, ਅਤੇ ਫੈਮਿਲੀ ਸਾਰੇ ਗੱਲਾਂ ਕਰਨ, ਤੇ ਤੁਹਾਡਾ ਕੋਈ ਫੈਮਿਲੀ ਦਾ ਮੈਂਬਰ ਪੁੱਛੇ ਮੇਰੇ ਬਾਰੇ ਪੁੱਛਦੇ ਸਨ, ਆਰ ਦੇ ਆਸਕਿੰਗ ਫॉर ਮੀ? ਨੋ, ਦੇ ਇਵਨ didn't mention your name. What? ਇਹਦਾ ਮਤਲਬ ਮੈਂ ਐਗਜ਼ਿਸਟ ਹੀ ਨਹੀਂ ਕਰਦਾ ਉਹਨਾਂ ਵਾਸਤੇ, ਮੇਰੀ ਹੋਂਦ ਖਤਮ ਹੋ ਗਈ। ਹਾਲਾਂਕਿ ਹੋਂਦ ਤੇ ਮੇਰੀ ਹੋਂਦ ਆ, ਉਹ ਕਿਵੇਂ? ਪਰ ਕਾਰਨ ਕੀ ਹੈ? ਅਹੰਕਾਰ। ਮੇਰੀ ਜਿਹੜੀ ਪ੍ਰੈਜ਼ੈਂਸ ਆ ਉਹ ਹੋਣੀ ਬੜੀ ਜ਼ਰੂਰੀ ਹੈ। ਇਹ ਦੋਖ ਹੈ ਬੜਾ ਵੱਡਾ। ਲੋਕੀ ਆਪਣੀ ਫੋਕਾ ਨਾਮ ਲੱਭਣ ਵਾਸਤੇ, ਫੋਕੀ ਵਡਿਆਈ ਲੱਭਣ ਵਾਸਤੇ ਕਿੰਨਾ ਕੁਝ ਕਰਦੇ ਨੇ। ਜਿੰਨੀਆਂ ਵੱਡੇ ਸ਼ੋਅ ਆਫ ਹੁੰਦੇ, ਪਾਰਟੀਆਂ, ਸਭ ਕੀ ਹੈ? ਟੂ ਜਸਟ ਟੈਲ ਐਕਚੁਅਲੀ ਅਦਰਸ ਹੂ ਐਮ ਆਈ, ਮੈਂ ਕੌਣ ਆ ਭਾਈ। ਤੇਰੀ ਹੋਂਦ ਜਿਹੜੀ ਹੈ ਦਿਸ ਹੀ ਰਹੀ ਹੈ, ਪਰ ਨਹੀਂ। ਅਹੰਕਾਰ ਇੱਕ ਬੜੀ ਵੱਡੀ ਅਲਾਮਤ ਹੈ। ਇਸ ਤੋਂ ਜਿਹੜੀ ਮੁਸ਼ਕਿਲ ਵੱਡੀ ਇਹ ਹੈ, ਹੰਕਾਰ ਜਦੋਂ ਬੰਦੇ 'ਚ ਆ ਜਾਂਦਾ ਆ, ਉਹਨੂੰ ਆਪਣੇ ਤੇ ਪਰਾਏ ਦੀ ਪਹਿਚਾਣ ਖਤਮ ਹੋ ਜਾਂਦੀ ਹੈ। ਜਿਹੜਾ ਕਿਸੇ ਦੇ ਹੰਕਾਰ ਨੂੰ ਵਧਾਉਂਦਾ ਬੰਦਾ, ਉਹੀ ਚੰਗਾ ਲੱਗਦਾ ਉਹਨੂੰ। ਹਾਂ, ਇਹ ਮੇਰੇ ਹੰਕਾਰ ਨੂੰ ਵਧਾ ਰਿਹਾ ਹੈਗਾ, ਹਾਲਾਂਕਿ ਉਹ ਭਾਵੇਂ ਨੁਕਸਾਨ ਕਰ ਰਿਹਾ ਹੋਏ। ਇਸ ਲਈ ਇੱਥੇ ਜਾ ਕੇ ਬੰਦੇ ਨੂੰ, ਹੰਕਾਰੀ ਬੰਦੇ ਨੂੰ, ਆਪਣੇ ਪਰਾਏ ਦੀ ਪਹਿਚਾਣ ਖਤਮ ਹੋ ਜਾਂਦੀ ਹੈ। ਅੱਖਾਂ ਹੀ ਬੰਦ ਹੋ ਜਾਂਦੀਆਂ, ਅੱਖਾਂ 'ਚ ਉਹਦੇ ਆ ਜਾਂਦੀਆਂ। ਇਹ ਦੋਖ ਹੈ ਬੜਾ ਵੱਡਾ।
ਗੁਰੂ ਬਾਬਾ ਜੀ ਕਹਿੰਦੇ ਉਹ ਬੰਦੇ ਬਾਹਰ ਨਿਕਲੇ ਦੇ ਤੋਂ, ਤੂੰ ਕਿਹੜੀ ਚੀਜ਼ 'ਚ ਪਿਆ ਹੈਗਾ। ਸੱਚ ਇਹ ਹੈ, ਸਾਹਿਬ ਦਾ ਪਾਵਨ ਬਚਨ ਹੈ, ਮਾਟੀ ਕੋ ਪੁੱਤਰਾ ਕੈਸੇ ਨਚਤ ਹੈ। ਇਹ ਮਿੱਟੀ ਦਾ ਪੁਤਲਾ ਦੇਖੋ ਕਿਵੇਂ ਨੱਚ ਰਿਹਾ ਹੈ। ਜਬ ਕਿਛ ਪਾਵੈ ਗਰਭ ਕਰਤ ਹੈ, ਮਾੜਾ ਜਿਹਾ ਕੁਝ ਮਿਲ ਜੇ ਉਸ ਰੂਪ ਵਿੱਚ ਹੋ ਜਾਏ, ਹੰਕਾਰ ਦੀ ਟੀਸੀ ਚੜ੍ਹ ਜਾਂਦਾ। ਪਰ ਨਾਲ ਹੀ ਇਹ ਵੀ ਚਿੱਤੇ ਰੱਖੀ, ਮਾਇਆ ਗਈ ਤੋਂ ਰੋਣ ਲੱਗਤ ਹੈ। ਜਿਵੇਂ ਕੋਈ ਨੁਕਸਾਨ ਵਗੈਰਾ ਹੁੰਦਾ ਕਿਸੇ ਕਿਸਮ ਦੇ ਨਾਲ ਆਲੇ ਦੁਆਲੇ, ਤੇ ਫਿਰ ਸਿਰ ਤੇ ਬਾਂਹ ਰੱਖ ਕੇ ਰੋਂਦਾ ਹੈ, ਬਾਹਰ ਆ ਦੋਖ ਹੈ, ਇਹ ਦੋਖ ਮਾਰੇਗਾ ਤੈਨੂੰ। ਗੁਰੂ ਬਾਬਾ ਜੀ ਨੇ ਬਿਆਨ ਕੀਤਾ, ਮੇਰੇ ਅੰਦਰੋਂ ਇਹ ਪੰਚ ਦੋਖ, ਫਿਰ ਇਹਦੇ ਨਾਲ ਅਹੰਗ ਰੋਗ, ਇੱਕ ਐਕਸਟਰਾ ਚੀਜ਼ ਹੋਰ ਐਡ ਕੀਤੀ ਹੈ। ਇੱਕ ਤੇ ਹੈ ਬੰਦੇ ਦੇ ਅੰਦਰ ਬੁਰਿਆਈ ਹੈ, ਬੰਦੇ 'ਚ ਮਾੜਾਪਨ ਹੈ, ਇਹ ਸਭ ਚੀਜ਼ਾਂ ਨੇ। ਚਲੋ ਠੀਕ ਹੈ, ਬੰਦਾ ਕਈ ਵਾਰੀ ਐਕਸੈਪਟ ਵੀ ਕਰਦਾ ਹੈ ਵੀ ਯੂ ਨੋ I'm not that much perfect, I'm not that much good, so I accept it. But sometimes we have actually very good qualities, virtues. For if we own all these things, then definitely we're gonna feel a pride. ਮੇਰੇ ਕੋਲ ਹੈ ਅਹੰਗ ਰੋਗ, ਫਿਰ ਇਹ ਦੋਖ ਤੋਂ ਰੋਗ ਬਿਮਾਰੀ ਬਣ ਜਾਂਦਾ। ਗੁਰੂ ਬਾਬਾ ਜੀ ਨੇ ਬਿਆਨ ਕੀਤਾ, ਹਉਮੈ ਦੀਰਘ ਰੋਗ ਹੈ, ਇਹ ਡਿਜ਼ੀਜ਼ ਆ। ਇਹ ਐਸੀ ਬਿਮਾਰੀ ਹੈ ਕਿ ਬੰਦਾ ਇਸ ਬਿਮਾਰੀ ਦਾ ਇੱਕ ਵਾਰੀ ਸ਼ਿਕਾਰ ਹੋਇਆ ਨਹੀਂ ਤੇ ਸਮਝੋ ਮਰਿਆ ਨਹੀਂ। ਗੁਰੂ ਸਾਹਿਬ ਦੇ ਬਚਨਾਂ ਦੇ ਬਚਨ ਬਾਣੀ 'ਚ, ਮਤਲਬ ਕਿਆ ਗੁਲਦਸਤੇਕਾਰੀ ਕੀਤੀ ਗੁਰੂ ਬਾਬਾ ਜੀ ਨੇ ਬਾਣੀ ਦੇ 'ਚ। ਅਸੀਂ ਸ਼ਬਦ ਪੜ੍ਹਦੇ ਹਾਂ, ਮਹਾਰਾਜ ਕਹਿੰਦੇ, ਦ੍ਰਿਸ਼ਟ ਰੋਗ ਪਚਮੋਏ ਪਤੰਗਾ ਨਾਦ ਰੋਗ ਖਪ ਗਏ, ਕੁਰੰਗਾ ਕਾਮ ਰੋਗ ਮੈਗਲ ਬਸਲੀਨਾ, ਹਉਮੈ ਰੋਗ ਮਾਨੁਖ ਕੋ ਦੀਨਾ। ਇੱਕ ਹੰਕਾਰ ਦਾ ਰੋਗ ਜਿਹੜਾ ਬੰਦੇ ਦੀ ਝੋਲੀ ਪਾਇਆ ਪਿਆ। ਮਤਲਬ ਬੰਦਾ ਕੁਝ ਨਾ ਕਰੇ ਤਾਂ ਵੀ ਤੁਸੀਂ ਕਈ ਵਾਰ ਦੇਖਿਆ ਹੋਣਾ, ਕਈ ਲੋਕ ਬੜਾ ਵਡਿਆ ਕੇ ਕਹਿਣਗੇ, ਮੈਂ ਤਾਂ ਸਾਰੀ ਉਮਰ ਕੰਮ ਹੀ ਨਹੀਂ ਕੀਤਾ ਜੀ। ਭਈ ਇਹ ਕਿਹੜੀ ਵੱਡੀ ਗੱਲ ਹੈ, ਪਰ ਹੰਕਾਰ ਹੈ। ਬੰਦੇ ਐਵੇਂ ਵੀ ਕਹਿੰਦੇ ਸੁਣੇ ਹੋਣਗੇ, ਜਿਵੇਂ ਸ਼ਰਾਬਾਂ ਅਸੀਂ ਪੀਤੀਆਂ ਨੇ ਐਵੇਂ ਕੋਈ ਪੀ ਨਹੀਂ ਸਕਦਾ, ਕਮਾਲ ਕੀਤੀ ਵੀ ਇਹ ਕਾਹਦੀ ਗੱਲ ਹੈ, ਹੰਕਾਰ ਹੈ। ਮਤਲਬ ਅਜੀਬ ਹਾਲਤ ਆ। ਬੰਦੇ ਜੇ ਕਿਤੇ ਉਸ ਰੂਪ ਦੇ ਵਿੱਚ ਬਾਤ ਹੋਏ, ਮਤਲਬ ਗਲਤ ਕੰਮ ਵੀ, ਪੁੱਠੇ ਕੰਮ ਵੀ, ਭੈੜੇ ਕੰਮ ਉਹਦੇ ਵਿੱਚੋਂ ਵੀ ਆ ਜਾਂਦਾ। ਚੰਗੇ ਕੰਮ ਉਹਦਾ ਤੇ ਕਹਿਣਾ ਹੀ ਕੀ ਹੈ। ਲੋਕੀ ਜੇ ਕਿਤੇ ਕੋਈ ਚੰਗਾ ਕਾਰਜ ਕਰੇਗਾ ਉਹਦੇ ਬਾਬਤ ਵੀ ਕਹਿ ਦੇਗਾ ਵੀ ਹਾਂ ਮੈਂ ਤੇ ਪ੍ਰਾਈਡ। ਇਹ ਜਿਹੜੀ ਚੀਜ਼ ਆ, ਇਹਨੂੰ ਭਗਤ ਜੀ ਨੇ ਕਿਤੇ ਬੜਾ ਖੂਬਸੂਰਤ ਬਿਆਨ ਕੀਤਾ ਆ। ਉਹ ਕਹਿੰਦੇ ਵੀ ਹਮ ਬਡ ਕਬ ਕੁਲੀਨ ਹਮ ਪੰਡਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਅਹ ਬੁੱਧ ਕਬਹਿ ਨ ਨਾਸੀ। ਕਹਿੰਦੇ ਜਿਹੜਾ ਸਾਡਾ ਇੰਟਲੈਕਟ ਆ, ਜਿਹੜੀ ਸਾਡੀ ਬੌਧਿਕਤਾ ਆ, ਉਹ ਤੇ ਸਾਨੂੰ ਸਪੋਰਟ ਕਰੇ to live a meaningful life in this world. But at the same time, ਜਿਹੜਾ ਇੰਟਲੈਕਟ ਹੈ, ਜਦੋਂ ਫੇਕ ਉਸ ਪ੍ਰਾਈਡ ਦੀ ਸ਼ੈਡੋ ਦੇ ਅੰਦਰ ਆ ਜਾਂਦਾ ਹੈਗਾ ਆ, ਜਿਵੇਂ ਛਾਂ ਦੀ ਵਿੱਚ ਕਿਸੇ ਵੱਡੇ ਸਾਰੇ ਬਿਰਖ ਦੀ ਛਾਂ ਦੇ ਵਿੱਚ, ਸ਼ੈਡੋ ਦੇ ਵਿੱਚ ਇੱਕ ਵੱਡੇ ਟਰੀ ਦੀ ਤੁਸੀਂ ਕੋਈ ਵੀ ਚੀਜ਼ ਲਗਾ ਦਿਓ, ਉਹ ਹਰੀ ਤੇ ਰਹੇਗੀ, ਉਹ ਉੱਥੇ ਸੁੱਕੇਗੀ ਨਹੀਂ, ਹਰੀ ਰਹੇਗੀ ਉਸ ਰੂਪ ਦੇ ਵਿੱਚ, ਪਰ ਵੱਡੀ ਵੀ ਨਹੀਂ ਹੋਏਗੀ। ਕਿਉਂਕਿ ਉਹਨੂੰ ਵੱਡੀ ਹੋਣ ਵਾਸਤੇ ਉਹਨੂੰ ਜਿਹੜਾ ਹੈਗਾ, ਉਹਨੂੰ ਨਾ ਤਾਂ ਸਪੇਸ ਮਿਲ ਰਿਹਾ, ਨਾ ਉਹਨੂੰ ਸੂਰਜ ਦੀ ਰੋਸ਼ਨੀ ਮਿਲ ਰਹੀ ਹੈ। ਜਦੋਂ ਸਾਡੇ ਸਿਰ ਦੇ ਉੱਤੇ ਹੰਕਾਰ ਆ ਗਿਆ ਇਸ ਤਰੀਕੇ ਨਾਲ, ਅਸੀਂ ਵੱਡੇ ਨਹੀਂ ਹੁੰਦੇ, ਅਸੀਂ ਛੋਟੇ ਹੋ ਜਾਂਦੇ ਹਾਂ। ਭਾਵੇਂ ਅਸੀਂ ਜਿੰਨੇ ਮਰਜ਼ੀ ਗੁਣੀ ਹੋ ਜਾਈਏ, ਜੋ ਮਰਜ਼ੀ। ਸਾਹਿਬ ਨੇ ਬਿਆਨ ਕੀਤਾ, ਇਸ ਅਹੰਗ ਰੋਗ ਤੋਂ ਜਿਵੇਂ ਕੋਈ ਬਿਮਾਰੀ ਲੱਗ ਜਾਏ ਨਾ, ਤੁਸੀਂ ਜਿੰਨੀ ਮਰਜ਼ੀ ਖੁਰਾਕ ਖਾਓ, ਜਿੰਨਾ ਮਰਜ਼ੀ, ਜੇ ਬਿਮਾਰੀ ਠੀਕ ਨਹੀਂ ਹੋਏਗੀ ਤੁਸੀਂ ਹੈਲਦੀ ਨਹੀਂ ਹੋ ਸਕੋਗੇ। ਤੁਹਾਡੀ ਜਿਹੜੀ ਹੈ ਮਸਲ ਐਬਿਲਿਟੀ ਨਹੀਂ ਵੱਧ ਸਕੇਗੀ। ਸਾਹਿਬ ਕਹਿੰਦੇ ਇਹ ਅਹੰਗ ਰੋਗ, ਇਹ ਤਨ ਤੇ ਸਗਲ ਦੂਰ ਕੀਨ, ਮੇਰੇ ਰੱਬ ਨੇ ਮੇਰੇ ਤੇ ਤਰਸ ਕਰ ਦਿੱਤਾ, ਨਹੀਂ ਤੇ ਅਦਰਵਾਈਜ਼ ਮੈਂ ਮਰ ਜਾਣਾ ਸੀ। ਇਹਨਾਂ ਹੀ ਅਲਾਮਤਾਂ, ਇਹਨਾਂ ਔਗੁਣਾਂ ਦੇ ਵਿੱਚ ਹੀ ਮੈਨੂੰ ਇਹਨਾਂ ਔਗੁਣਾਂ ਤੋਂ ਬਾਹਰ ਕੱਢ ਲਿਆ, ਮੈਨੂੰ ਇਸ ਰੂਪ ਵਿੱਚ ਬਚਾ ਲਿਆ। ਇਹ ਰਹਾਉ ਦਾ ਪਦ ਆਇਆ। ਅਗਲੇਰੇ ਬੰਦਾ ਨੇ ਗੁਰੂ ਸਾਹਿਬ ਜ਼ਿਕਰ ਕਰਦੇ ਨੇ, ਬੰਧਨ ਤੋਰ ਛੋਰ ਵਿਖਿਆ ਤੇ, ਗੁਰ ਕੋ ਸ਼ਬਦ ਮੇਰਾ ਹੀਰ ਹੈ ਦੀਨ, ਬੰਧਨ ਤੋਰ ਛੋਰ ਵਿਖਿਆ ਤੇ। ਦੇਖੋ ਜਿਹੜੀ ਵਿਖਿਆ ਹੈ, ਵਿਖਿਆਦੀ ਜ਼ਹਿਰ ਵਾਲੀ ਬਿਰਤੀ ਹੈ। ਬੰਧਨ ਤੋਰ, ਆਪਾਂ ਗੁਰਦੁਆਰਾ ਸਾਹਿਬ ਬੈਠੇ ਹਾਂ, ਸਾਰਾ ਜਿਹੜਾ ਇਨਵਾਇਰਮੈਂਟ ਹੈ ਬਿਲਕੁਲ ਸ਼ਾਂਤ ਆ, ਮਾਈਕ ਦੀ ਆਵਾਜ਼ ਬਿਲਕੁਲ ਵਧੀਆ ਕੰਮ ਕਰ ਰਹੀ ਹੈ, ਪੋਥੀ ਮੇਰੇ ਸਾਹਮਣੇ ਪਈ ਹੈ, ਮੈਂ ਪੋਥੀ 'ਚੋਂ ਪੜ੍ਹ ਰਿਹਾ, ਆਪ ਸੁਣ ਰਹੇ ਹੋ। ਜਿਸ ਸਭ ਦੇ ਬਾਵਜੂਦ ਵੀ someone is not able to participate here, being an attentive listener, then what is actually stopping that person to
ਬੀ ਅਟੈਂਟਿਵ ਲਿਸਨਰ। ਉਸਨੂੰ ਇਸ ਅਟੈਂਟਿਵ ਲਿਸਨਰ ਬਣਨ ਤੋਂ ਰੋਕ ਕਿਹੜੀ ਰਹੀ ਹੈ ਚੀਜ਼? ਬਾਹਰੋਂ ਤੇ ਕੋਈ ਚੀਜ਼ ਨਹੀਂ ਹੈਗੀ, ਬਾਹਰੋਂ ਤੇ ਕੋਈ ਚੀਜ਼ ਉਹਨੂੰ ਜਿਹੜੀ ਹੈਗੀ ਹੈ ਉਹਨੂੰ ਨਹੀਂ ਕਿਸੇ ਕਿਸਮ ਦੇ ਨਾਲ ਉਹਦੀ ਕੋਈ ਨੋਜ਼ ਪੋਕਿੰਗ ਹੋ ਰਹੀ ਹੈ, ਉਹਨੂੰ ਕੋਈ ਮਾਰ ਰਿਹਾ ਜਾਂ ਕੁੱਟ ਰਿਹਾ ਜਾਂ ਰੌਲਾ ਪਾ ਰਿਹਾ। ਵਾਟ ਇਜ਼ ਹੈਪਨਿੰਗ ਇਨਸਾਈਡ? ਜਿਹੜੀ ਸਾਡੇ ਮਾਇੰਡ ਦੀ ਵਾਈਲਡਨੈਸ ਹੈਗੀ ਹੈ, ਜਿਹੜਾ ਵੰਡਰਨੈਸ ਹੈਗੀ ਹੈ, ਜਿਹੜਾ ਸਾਡਾ ਮਾਇੰਡ ਵਾਂਡਰ ਕਰ ਰਿਹਾ ਹਰ ਵਕਤ। ਇਹ ਜਿਹੜੇ ਬੰਧਨ ਪਏ ਨੇ ਸਾਨੂੰ ਬਿਨਾਂ ਵਜ੍ਹਾ। ਬੰਦੇ ਨੇ 2 ਦਿਨ ਪਹਿਲਾਂ 4 ਦਿਨ ਪਹਿਲਾਂ ਕਿਸੇ ਦੀ ਕੋਈ ਗੱਲ ਸੁਣੀ, ਕੋਈ ਗੱਲ ਕੀਤੀ, 4 ਦਿਨ ਹੋ ਗਏ ਗੱਲ ਨੂੰ, ਸਮਾਂ ਪਾ ਕੇ ਚੀਜ਼ ਨਿਕਲ ਜਾਣੀ ਚਾਹੀਦੀ ਹੈ। ਟਾਈਮ ਤੇ ਡਿਸਟੈਂਸ ਜਿਹੜਾ ਹੈ ਕ੍ਰੀਏਟ ਹੋ ਜਾਏ ਤੇ ਚੀਜ਼ ਦੂਰ ਚਲੀ ਜਾਂਦੀ ਹੈ। ਪਰ ਇਹ ਹਾਲਤ ਇਹ ਹੈ ਕਿਉਂਕਿ ਉਹ ਗੱਲ ਸੁਣੀ ਸੀਗੀ, ਅੰਦਰ ਵੱਜ ਰਹੀ ਹੈ ਅਜੇ ਵੀ। ਕਿਵੇਂ ਨਿਕਲਾਂ ਬਾਹਰ ਉਹ ਤੋਂ? ਇਹ ਸਭ ਤੋਂ ਵੱਡਾ ਬੰਧਨ ਹੈ। ਇਹ ਬਾਉਂਡਰੀਜ਼ ਨੇ ਸਾਡੀਆਂ, ਇਹ ਸਾਡੀਆਂ ਲਿਮਿਟੇਸ਼ਨ ਸੈੱਟ ਕਰ ਦਿੰਦੀਆਂ ਨੇ। ਅਸੀਂ ਉਹਨਾਂ ਲਿਮਿਟੇਸ਼ਨਸ ਦੇ ਵਿੱਚ ਹੀ ਫਸੇ ਰਹਿੰਦੇ ਹਾਂ। ਫਿਰ we cannot come out of them। ਇਹ ਤਾਂ ਕਿਤੇ ਹੈ ਕਰਤਾਰ ਤਰਸ ਕਰੇ, ਜਿੱਥੇ ਸੁਣੀ ਗੱਲ ਉੱਥੇ ਹੀ ਛੱਡੀ, ਜਿੱਥੇ ਵੇਖੀ ਗੱਲ ਉੱਥੇ ਹੀ ਛੱਡੀ, ਆਪਣੇ ਆਪ ਨੂੰ ਬਿਲਕੁਲ ਉਸ ਚੀਜ਼ ਤੋਂ ਡਿਟੈਚ ਕਰ ਲਿਆ, ਨਿਰਲਾਗ। ਇਹ ਹਾਲਤ ਜਿਹੜੀ ਹੈ ਇਹ ਪਿਓਰ ਹਾਲਤ ਆ। ਜਦੋਂ ਇਸ ਕਿਸਮ ਦੇ ਨਾਲ ਤੁਸੀਂ ਆ ਜਾਓਗੇ, ਫਿਰ ਜੋ ਪੜ੍ਹੋਗੇ, ਜੋ ਸੁਣੋਗੇ, ਜੋ ਸਮਝੋਗੇ, ਨਾਲ ਤੁਰ ਪਏਗਾ ਨਾਲ ਦੀ ਨਾਲ। ਕਿਉਂਕਿ ਤੁਸੀਂ ਕਿਸੇ ਹੋਰ ਪਾਸੇ ਡਿਸਟਰੈਕਸ਼ਨ ਹੈ ਹੀ ਨਹੀਂ, ਕੋਈ ਕਿਸੇ ਹੋਰ ਚੀਜ਼ ਨੇ ਫੜਿਆ ਹੀ ਨਹੀਂ ਤੁਹਾਨੂੰ। ਇੱਥੇ ਗੁਰੂ ਅਰਜਨ ਸਾਹਿਬ ਜ਼ਿਕਰ ਕਰਦੇ ਬੰਧਨ ਤੋੜ। ਉਹ ਜਿਹੜੀਆਂ ਮੇਰੀਆਂ ਲਿਮਿਟੇਸ਼ਨ ਸੀਗੀਆਂ ਸਾਰੀਆਂ ਤੋੜਤੀਆਂ ਨੇ। ਛੋਰ ਵਿਖਿਆ ਤੇ ਵਿਖਿਆ ਜ਼ਹਿਰ ਛੱਡ ਦੇ, ਪਰ ਬੰਦਾ ਜ਼ਹਿਰ ਨਾਲ ਕੈਰੀ ਕਰੀ ਜਾਂਦਾ ਹੈਗਾ। ਜਿਵੇਂ ਸਪੋਜ਼ ਕਰੋ ਨਾ ਵੀ ਕਿਸੇ ਨੂੰ ਕੋਈ ਜਿਹੜਾ ਹੈਗਾ ਕਿਸੇ ਕਿਸਮ ਦੇ ਨਾਲ ਐਜ਼ਮਾ ਵਗੈਰਾ ਦਾ ਇਸ਼ੂ ਹੈਗਾ ਕੋਈ, ਅਤੇ ਉਹਦੇ ਵਿੱਚ ਹੋਏਗਾ ਕਿ ਜਿਹੜੀ ਚੀਜ਼ ਉਸ ਨੂੰ ਉਹ ਐਲਰਜੀ ਦੇ ਰਹੀ ਹੈ ਉਹ ਹਰ ਵਕਤ ਉਹਨੂੰ ਕੈਰੀ ਕਰ ਰਿਹਾ ਹੈ, ਨਾਲ ਮੈਡੀਸਿਨ ਵੀ ਖਾਈ ਜਾਂਦਾ ਹੈ, ਨਾਲ ਸਭ ਕੁਛ। ਬਟ ਜਿਸ ਚੀਜ਼ ਤੋਂ ਉਹਨੂੰ, ਜੋ ਐਲਰਜੈਟਿਕ ਚੀਜ਼ ਉਹਨੂੰ ਐਲਰਜੀ ਦੇ ਰਹੀ ਹੈ, ਉਹਨੂੰ ਛੱਡ ਨਹੀਂ ਰਿਹਾ। ਹੁਣ ਸਾਡੇ ਅੰਦਰ ਜਿਹੜੇ ਖਿਆਲ ਨੇ, ਪੰਚ ਦੋਖ ਜਿਹੜੇ ਨੇ, ਇਹ ਵਿਚਾਰਾਂ, ਖਿਆਲਾਂ, ਸੋਚਾਂ ਦੇ ਜ਼ਰੀਏ ਆਉਂਦੇ ਨੇ ਅੰਦਰ। ਜ਼ਹਿਰ ਤੇ ਹੀ ਹੈ, ਬੰਦਾ ਉਹ ਜ਼ਹਿਰ ਛੱਡ ਹੀ ਨਹੀਂ ਰਿਹਾ। ਵਾਟ ਇਜ਼ ਡਿਪਰੈਸ਼ਨ? ਇਫ ਵੀ ਕਮ ਇਨ ਟੂਡੇਜ਼ ਵਰਲਡ, ਇਨ ਐਕਚੁਅਲੀ ਮੈਡੀਕਲ ਡਾਇਗਨੋਸਿਸ ਦੇ ਵਿੱਚ ਜਾ ਕੇ ਉਹਦੀ ਡੈਫੀਨੇਸ਼ਨ ਦੇਖੋਗੇ, ਐਂਡ ਕੰਪਲੀਟਲੀ ਉਹ ਜਿਹੜੀ ਡੈਫੀਨੇਸ਼ਨ ਹੈ ਤੁਹਾਨੂੰ ਗੁਰਬਾਣੀ ਦੇ ਨਾਲ ਬਿਲਕੁਲ ਪੈਰਲਲ ਜਾਂਦੀ ਦਿਸੇਗੀ। ਕहीं ਕਿਹਾ ਜਾਂਦਾ ਹੈ ਕਿ ਵੈਨ someone is feeling some kind of psychological glitch, that is depression। ਉਹਦੇ ਸਾਈਕੋਲੋਜੀਕਲ ਗਲਿਚ ਕੀ ਹੈ? ਕੋਈ ਜਿਵੇਂ ਤੁਸੀਂ ਸਮਾਰਟ ਡਿਵਾਈਸ ਲੈਂਦੇ ਹੋ, ਜਿਵੇਂ ਅੱਜ ਕੱਲ੍ਹ ਟੱਚ ਫੋਨਸ ਨੇ, ਗੈਜਟਸ ਨੇ, ਤੁਸੀਂ ਉਹਨੂੰ ਕਮਾਂਡ ਦਿੰਦੇ ਹੋ ਟੱਚ ਕਰਕੇ, ਦੇਤੀ ਕਮਾਂਡ, ਉਹਨੇ ਕਮਾਂਡ ਲੈ ਲਈ। ਹੁਣ ਉਹ ਕਮਾਂਡ ਪ੍ਰੋਸੈਸ ਕਰ ਰਿਹਾ ਹੈ, ਪ੍ਰੋਸੈਸ ਕਰਕੇ ਨਾ ਤੇ ਅੱਗੇ ਜਾ ਰਿਹਾ ਹੈ, ਨਾ ਹੋਰ ਕਮਾਂਡ ਲੈ ਰਿਹਾ। ਗਲਿਚ ਆ ਗਿਆ। ਇੱਕੋ ਹੀ ਕਮਾਂਡ ਉਹ ਲੈ ਕੇ ਉਸੇ ਨੂੰ ਹੀ ਪ੍ਰੋਸੈਸ ਕਰੀ ਜਾਂਦਾ ਬਸ। ਸਾਈਕੋਲੋਜੀਕਲੀ ਜਦੋਂ ਬੰਦਾ ਗਲਿਚ ਹੋ ਜਾਏ ਉਸ ਲੈਵਲ 'ਤੇ ਕੀ ਹੁੰਦਾ ਆ ਕਿ ਕੋਈ ਗੱਲ ਹੋਈ ਮਹੀਨਾ ਪਹਿਲਾਂ, 2 ਮਹੀਨੇ ਪਹਿਲਾਂ, 4 ਮਹੀਨੇ ਪਹਿਲਾਂ, ਉਹੀ ਫੜੀ ਆ, ਉਹੀ ਰਿਪੀਟ ਕਰੀ ਜਾਂਦਾ ਵਾਰ-ਵਾਰ। ਪਤਾ ਨਹੀਂ ਕਿਉਂ ਐਵੇਂ ਹੋ ਗਿਆ, ਪਤਾ ਨਹੀਂ ਕਿਉਂ ਐਵੇਂ ਹੋ ਗਿਆ, ਪਤਾ ਨਹੀਂ ਕਿਉਂ ਐਵੇਂ ਹੋ ਗਿਆ। ਦੂਸਰਾ ਬੰਦਾ ਕਹਿੰਦਾ ਪਲੀਜ਼ ਮੂਵ ਔਨ, ਇਟ ਹੈਡ ਹੈਪਨਡ ਨਾਓ, ਲੀਵ ਇਟ। ਪਰ ਉਹ ਜਿਹੜੀ ਵਿਖਿਆ ਜ਼ਹਿਰ ਹਰ ਵਕਤ ਨਾਲ ਕੈਰੀ ਕੀਤਾ, ਇਹਦੇ ਤੋਂ ਬਾਹਰ ਕਿਵੇਂ ਨਿਕਲਾਂਗਾ? ਇੱਥੇ ਸਾਹਿਬ ਨੇ ਕਿਹਾ ਮੇਰੇ ਰੱਬ ਨੇ ਤਰਸ ਕੀਤਾ ਮੇਰੇ ਤੇ, ਮੈਨੂੰ ਇਸ ਤੋਂ ਬਾਹਰ ਕੱਢਿਆ। ਕਿਵੇਂ ਕੱਢਿਆ? ਗੁਰ ਕੋ ਸ਼ਬਦ ਮੇਰਾ ਹੀਰਾ ਹੈ ਦੀਨ, ਮੇਰੇ ਹਿਰਦੇ 'ਚ ਗੁਰੂ ਦਾ ਸ਼ਬਦ ਵੱਜਣਾ ਸ਼ੁਰੂ ਹੋ ਗਿਆ। ਜਦੋਂ ਤੁਸੀਂ ਕੋਈ ਗੱਲ ਸੁਣ ਲੈਂਦੇ ਹੋ, ਸ਼ਬਦ ਸੁਣ ਲੈਂਦੇ ਹੋ, ਸ਼ਬਦ ਦੇ ਨਾਲ ਮੂਵ ਕਰਦੇ ਹੋ, ਪਿਛਲੀਆਂ ਚੀਜ਼ਾਂ ਸਾਰੀਆਂ ਛੁੱਟ ਜਾਂਦੀਆਂ ਨੇ। ਰੂਪ ਅਨਰੂਪ ਮੋਰੋ ਕਛ ਨਾ ਵਿਚਾਰਿਓ, ਪ੍ਰੇਮ ਗਇਓ ਮੋਇ ਹਰ ਰੰਗ ਪੀਨ। ਮੇਰਾ ਉਹਨੇ ਰੂਪ ਅਨਰੂਪ ਨਹੀਂ ਤੱਕਿਆ। ਇਹ ਜਿਹੜੀ ਹੈ ਇਹ ਇਸ ਤਰ੍ਹਾਂ ਨਹੀਂ ਕਹਿ ਸਕਦੇ ਕਿ ਬਿਕੋਜ਼ ਆਈ ਹੈਵ ਸਮ ਕਾਈਂਡ ਆਫ ਵੈਰੀ ਫੇਵਰੇਬਲ ਥਿੰਗ
for my guru. That's why guru is blessing me, or I'm actually doing something really better in my life performance. That's why Mother Nature or Akal Purkh is blessing me. No, no, no. ਉਹਦਾ ਆਪਣਾ ਤਰੀਕਾ ਆ। ਉਸ ਤਰੀਕੇ ਨੂੰ ਅਸੀਂ ਕੋਈ ਐਕਸਪਲੇਨ ਹੀ ਨਹੀਂ ਕਰ ਸਕਦੇ। ਇਹ ਵਿਸਮਾਦ ਹੈ। ਸਾਹਿਬ ਕਹਿੰਦੇ ਜਦੋਂ ਤਰਸ ਕੀਤਾ ਉਹਨੇ ਰੂਪ ਅਨਰੂਪ ਮੋਰੋ ਕੁਛ ਨਾ ਵਿਚਾਰਿਓ, ਪ੍ਰੇਮ ਗਇਓ ਮੋਹੇ ਹਰ ਰੰਗ ਪੀਨ। ਮੈਨੂੰ ਉਹਨੇ ਪ੍ਰੇਮ ਦੇ ਨਾਲ ਗਹਿ ਲਿਆ, ਹਰ ਰੰਗ ਪੀਨ, ਮੈਨੂੰ ਆਪਣੇ ਰੰਗ 'ਚ ਰੰਗ ਦਿੱਤਾ। ਬਿਲਕੁਲ ਅੰਤਲੀਆਂ ਲਾਈਨਾਂ ਨੇ। ਵੇਖਿਓ ਲਾਲਨ ਪਾਟ ਬੀਚ ਹੋਏ, ਆਨੰਦ ਚਿਤਾ ਹਰਖੇ ਪਤੀਨ। ਜਦੋਂ ਮੈਂ ਉਹਨੂੰ ਨਿਹਾਰਿਆ ਨਾ, ਜਦੋਂ ਮੈਨੂੰ ਫੀਲ ਕੀਤਾ, ਇੰਝ ਲੱਗਾ ਮੇਰੇ ਅੰਦਰ ਹੀ ਸੀ ਹਮੇਸ਼ਾ, ਪਰ ਅੰਦਰ ਦੇ ਪਾਟ ਖੁੱਲ੍ਹ ਗਏ, ਦਰਵਾਜ਼ੇ ਖੁੱਲ੍ਹ ਗਏ, ਇਨਲਾਈਟਮੈਂਟ ਆ ਗਈ। ਆਨੰਦ ਚਿਤਾ, ਚਿਤਾ ਚਿੱਤ ਨੂੰ ਕਿਹਾ ਜਾਂਦਾ ਹੈਗਾ। ਚਿੱਤ, ਸੱਤਿਆ ਚਿੱਤ ਆਨੰਦ ਜਿਹਨੂੰ ਕਹਿੰਦੇ ਸੀ ਸ਼ਾਸਤਰਾਂ ਦੇ ਵਿੱਚ। ਇੱਕ ਐਸੀ ਅਵਸਥਾ ਜਿਹੜੀ ਬਿਲਕੁਲ, ਜਿਹੜੀ ਸਟੇਟ ਆਫ ਮਾਈਂਡ ਜਿਹਨੂੰ ਕਹਿੰਦੇ ਨੇ ਬੜੀ ਪਲੈਜ਼ਰਫੁਲ, ਉਹ ਹਾਲਤ ਜਿਹੜੀ ਹੈ ਉਸ ਰੂਪ ਦੇ 'ਚ ਮੈਨੂੰ ਮਾਨਣ ਦੀ ਜਾਚ ਆ ਗਈ। ਹਰਖੇ ਪਤੀਨ ਤਿਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ, ਸੋ ਠਾਕੁਰ ਤਿਸ ਹੀ ਕੋ ਤੀਨ। ਫਿਰ ਪਤਾ ਲੱਗਾ ਉਹਦੇ ਵਿੱਚੋਂ ਹੀ ਮੈਂ ਆਇਆ ਵਾਂ, ਉਹੀ ਮੇਰਾ ਰੂਪ ਆ, ਇੱਕੋ ਹੀ ਤੇ ਘਰ ਆ ਸਾਡਾ। ਭਾਵ ਇੱਕ ਐਸੀ ਸਟੇਟ ਆਫ ਮਾਈਂਡ ਜਿੱਥੇ ਜਾ ਕੇ ਵਕਾਰ ਅਪੀਲ ਹੀ ਨਹੀਂ ਕਰਦੇ। ਹੁਣ ਬੈਡ ਡੀਡਸ they cannot come at all. They are totally, you can say, out of order in my life. They cannot play any role in my life. So that's why Maharaj is saying, tis hi ko greh soi prabh nanak, so thakur tis hi ko teen। ਉਹ ਠਾਕੁਰ ਹੈ ਮੇਰਾ ਤੇ ਮੈਂ ਉਹਦਾ ਅਧੀਨ, ਮੈਂ ਉਹਦਾ ਦਾਸ ਹਾਂ। ਮੇਰੀ ਤੇ ਉਹਦੀ ਰਿਲੇਸ਼ਨਸ਼ਿਪ ਇਸ ਕਿਸਮ ਦੇ ਨਾਲ ਸੁਰਤ ਕਰਕੇ ਬਣ ਗਈ ਹੈ। ਸਭ ਰਹਿਮਤ ਕਰਨ ਇਹਨਾਂ ਆਲਮੀ ਵਾਕਿਆਂ 'ਚੋਂ ਚੰਗੇਰੀ ਪ੍ਰੇਰਣਾ ਮਿਲੇ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ, ਭੁੱਲਾਂ ਗਲਤੀਆਂ ਨਾ ਚਤਾਰਿਓ। ਸਭ ਪ੍ਰੇਮ ਕਹਿਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।